ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅਸੀਂ ਮੱਧਮ ਪੁਰਖ ਦੀਆਂ ਕਿਰਿਆਵਾਂ ਕਰਨੀਆਂ ਨੇ, ਹਾਹੇ ਦੀ ਔਂਕੜ ਵਾਲੀਆਂ। ਸਾਡੀ ਹਾਹੇ ਦੀ ਔਂਕੜ ਵਾਲੀ ਕਿਰਿਆਵਾਂ ਰਹਿ ਗਈਆਂ ਸੀ। ਹਾਹੇ ਨੂੰ ਸਿਆਰੀ, ਮੁਕਤਾ, ਹਾਹਾ ਅਸੀਂ ਕਰ ਲਏ ਸੀਗੇ। ਤੇ ਹਾਹੇ ਦੀ ਔਂਕੜ ਵਾਲੀਆਂ ਜਿਹੜੀਆਂ ਕਿਰਿਆਵਾਂ ਨੇ, ਇਹ ਮੱਧਮ ਪੁਰਖ ਦੀਆਂ, ਭਾਵ ਸੈਕੰਡ ਪਰਸਨ, ਜਿਹਨੂੰ ਅਸੀਂ ਤੀਜਾ ਪੁਰਖ ਕਹਿੰਦੇ ਆ। ਇਹਦੇ ਵਿੱਚ ਪਾਸਟ ਟੈਂਸ ਦੇ ਵੀ ਆਣਗੀਆਂ, ਔਰ ਪ੍ਰੈਜ਼ੈਂਟ ਟੈਂਸ ਦੀਆਂ ਵੀ, ਔਰ ਫਿਊਚਰ ਦੀਆਂ ਵੀ, ਭਾਵ ਭੂਤਕਾਲ ਦੀਆਂ ਵੀ, ਵਰਤਮਾਨ ਕਾਲ ਦੀਆਂ ਵੀ ਤੇ ਭਵਿੱਖ ਦੀਆਂ ਵੀ। ਇਹ ਜਿਹੜਾ ਮੱਧਮ ਪੁਰਖ ਹੈ, ਜਿਹਨੂੰ ਅਸੀਂ ਤੂੰ, ਤੁਸੀਂ, ਤੁਹਾਨੂੰ, ਤੁਹਾਡਾ ਅਸੀਂ ਕਹਿੰਦੇ ਆ, ਇਹਦੇ ਨਾਲ ਮੇਰੀ ਗੱਲਬਾਤ ਹੋਈ। ਮੈਨੂੰ ਪੁੱਛਿਆ ਵੀ ਤੂੰ ਦੱਸ, ਇਹ ਮੱਧਮ ਪੁਰਖ, ਵੀ ਤੇਰੀ ਲਾਈਫ ਕਿਵੇਂ ਰਹੀ, ਤੇਰੀ ਜ਼ਿੰਦਗੀ ਕਿਵੇਂ ਰਹੀ। ਕਹਿਣ ਲੱਗਾ ਵੀ ਮੇਰਾ ਪਾਸਟ ਤੇ ਜੀ ਬਹੁਤ ਵਧੀਆ ਸੀ। ਮੇਰਾ ਜਿਹੜਾ ਭੂਤਕਾਲ ਸੀ ਉਹ ਬੜਾ ਵਧੀਆ ਸੀ। ਮੇਰੇ ਕੋਲ ਬਹੁਤ ਕੁਝ ਸੀਗਾ। ਮੇਰੇ ਕੋਲ ਊੜਾ ਸੀ, ਮੇਰੇ ਕੋਲ ਹਾਹੇ ਨੂੰ ਔਂਕੜ ਸੀ, ਇੱਥੋਂ ਤੱਕ ਕਈ ਥਾਵੇਂ ਮੇਰੇ ਕੋਲ ਐੜਾ ਵੀ ਸੀ। ਮੇਰੇ ਕੋਲ ਊੜਾ ਐੜਾ ਅੱਖਰ ਵੀ ਸੀ, ਹਾਹਾ ਅੱਖਰ ਵੀ ਸੀ, ਔਰ ਔਂਕੜ ਤਾਂ ਹੈ ਹੀ ਸੀ ਮੇਰੇ ਕੋਲ। ਮੈਂ ਕਿਹਾ ਅੱਛਾ, ਹੁਣ ਅੱਜ ਕੱਲ ਕਿਵੇਂ ਚੱਲ ਰਿਹਾ। ਕਹਿਣ ਲੱਗਾ ਵੀ ਮੇਰਾ ਊੜਾ ਤੇ ਐੜਾ ਤੇ ਗਵਾਚ ਗਿਆ, ਲੱਭਦਾ ਨਹੀਂ ਪਿਆ ਕਿੱਥੇ ਗਿਆ। ਬਸ ਹੁਣ ਪ੍ਰੈਜ਼ੈਂਟ ਦੇ ਵਿੱਚ ਮੇਰੇ ਕੋਲ ਊੜਾ ਐੜਾ ਨਹੀਂ ਰਿਹਾ, ਤੇ ਹਾਂ, ਹਾਹੇ ਦੀ ਔਂਕੜ ਮੇਰੇ ਕੋਲ ਹੈਗੀ ਹੈ। ਅੱਛਾ, ਮੈਂ ਪੁੱਛਦਾ ਫਿਰ ਅੱਗੋਂ ਫਿਊਚਰ 'ਚ ਤੇਰਾ ਕੀ ਪਲਾਨ ਹੈ। ਕਹਿੰਦੇ ਫਿਊਚਰ ਦੇ ਵਿੱਚ ਮੈਨੂੰ ਊੜਾ ਐੜਾ ਮਿਲੇ ਨਾ ਮਿਲੇ, ਪਰ ਮੈਂ ਹਾਹੇ ਦੀ ਔਂਕੜ ਸਾਂਭ ਕੇ ਰੱਖਾਂਗਾ, ਤੈਨੂੰ ਮੈਂ ਕਿਤੇ ਜਾਣ ਨਹੀਂ ਦਿਆਂਗਾ। ਇਹ ਛੋਟੀ ਜਿਹੀ ਕਹਾਣੀ ਕਹਿਣ ਦਾ ਇੱਕ ਮਤਲਬ ਹੁੰਦਾ ਵੈ। ਮਤਲਬ ਇਹ ਹੁੰਦਾ ਵੈ ਕਿ ਅਸੀਂ ਇਸ ਗੱਲ ਨੂੰ ਸਮਝ ਜਾਈਏ ਕਿ ਅਸੀਂ ਕਿਰਿਆ ਨੂੰ ਕਿਵੇਂ ਸਮਝਣਾ ਹੈ, ਵਰਬ ਨੂੰ ਕਿਵੇਂ ਸਮਝਣਾ ਹੈ। ਹਾਂਜੀ, ਕਿਰਿਆ ਨੂੰ, ਵਰਬ ਨੂੰ ਸਮਝਣ ਵਾਸਤੇ ਸਾਨੂੰ ਕੋਈ ਨਾ ਕੋਈ ਕਹਾਣੀ ਕੱਢਣੀ ਪੈਂਦੀ ਹੈ। ਕਹਾਣੀ ਦੇ ਨਾਲ ਈਜ਼ੀਲੀ ਸਾਨੂੰ ਹਰ ਇੱਕ ਗੱਲ ਸਮਝ ਆ ਜਾਂਦੀ ਹੈ। ਮੱਧਮ ਪੁਰਖ ਨਾਲ ਮੈਂ ਗੱਲ ਕੀਤੀ, ਤੂੰ ਦੇ ਨਾਲ ਮੈਂ ਗੱਲ ਕੀਤੀ, ਤੁਸੀਂ ਦੇ ਨਾਲ ਮੈਂ ਗੱਲ ਕੀਤੀ, ਤੁਹਾਡੇ ਨਾਲ, ਤੁਹਾਨੂੰ ਨਾਲ ਮੈਂ ਗੱਲ ਕੀਤੀ, ਸੈਕੰਡ ਪਰਸਨ ਨਾਲ ਮੈਂ ਗੱਲ ਕੀਤੀ ਕਿ ਤੇਰਾ ਪਾਸਟ ਕਿਵੇਂ ਸੀ, ਤੇਰਾ ਲੰਘ ਚੁੱਕਿਆ ਸਮਾਂ ਕਿਦਾਂ ਦਾ ਸੀ। ਉਹ ਕਹਿਣ ਲੱਗਾ ਮੇਰਾ ਲੰਘ ਚੁੱਕਿਆ ਸਮਾਂ ਬਹੁਤ ਵਧੀਆ ਸੀ। ਮੇਰੀ ਕਿਰਿਆ ਦੇ ਅੰਤ ਵਿੱਚ, ਮੇਰੇ ਵਰਬ ਦੇ ਅੰਤ ਦੇ ਵਿੱਚ ਊੜਾ ਵੀ ਲੱਗਦਾ ਸੀ, ਐੜਾ ਵੀ ਲੱਗ ਜਾਂਦਾ ਸੀ, ਹਾਹੇ ਨੂੰ ਔਂਕੜ ਮੇਰੇ ਨਾਲ ਪੱਕੀ ਮੇਰੇ ਕੋਲ ਸੀ। ਔਰ ਹੁਣ ਕੀ ਹਾਲ ਹੈ। ਉਹ ਕਹਿਣ ਲੱਗਾ ਹੁਣ ਮੇਰੇ ਮਾੜੇ ਹਾਲ ਨੇ। ਹੁਣ ਊੜਾ ਤੇ ਐੜਾ ਤੇ ਮੇਰਾ ਗਵਾਚ ਗਿਆ, ਊੜਾ ਐੜਾ ਮੇਰਾ ਲੁੱਟਿਆ ਗਿਆ, ਖੁੱਸ ਗਿਆ, ਮੇਰਾ ਨੁਕਸਾਨ ਹੋ ਗਿਆ। ਹੁਣ ਮੇਰੇ ਕੋਲ ਇਕੱਲੇ ਹਾਹੇ ਦੀ ਔਂਕੜ ਰਹਿ ਗਈ ਹੈ। ਅੱਛਾ, ਫਿਊਚਰ 'ਚ ਕੀ ਕਰੇਗਾ। ਕਹਿਣ ਲੱਗਾ ਫਿਊਚਰ 'ਚ ਮੈਂ ਹੁਣ ਇੰਨਾ ਸੰਤੋਖੀ ਹੋ ਗਿਆ ਕਿ ਊੜਾ ਐੜਾ ਮਿਲੇ ਨਾ ਮਿਲੇ, ਮੈਂ ਹਾਹੇ ਦੀ ਔਂਕੜ 'ਚ ਹੀ ਗੁਜ਼ਾਰਾ ਕਰ ਲਾਂਗਾ। ਅਸੀਂ 3 ਰੂਲਸ, 3 ਨਿਯਮ ਹਾਹੇ ਦੀ ਔਂਕੜ ਦੇ ਅੱਜ ਅਸੀਂ ਕਰਨੇ ਨੇ। ਪਹਿਲਾ ਚੈਪਟਰ ਮੈਂ ਵੀਰ ਚਰਨਜੀਤ ਸਿੰਘ ਨੂੰ ਕਹਾਂਗਾ ਵੀ ਉਹ ਡਿਸਪਲੇ ਕਰ ਦਿਓ। ਹਾਂਜੀ, ਪਹਿਲਾ ਚੈਪਟਰ ਹੈ ਭੂਤਕਾਲ, ਪਾਸਟ ਟੈਂਸ ਦਾ, ਮੱਧਮ ਪੁਰਖ, ਥਰਡ ਪਰਸਨ ਦਾ। ਕਿਰਿਆ ਨੂੰ ਇੱਕ ਵਚਨ ਬਣਾਉਣ ਲਈ ਪੁਲਿੰਗ ਸ਼ਬਦਾਂ ਵਿੱਚ ਵਰਤੀ ਜਾਣ ਵਾਲੀ ਕਿਰਿਆ ਕਿਹੜੀ ਹੈ। ਊੜਾ ਹਾਹੇ ਨੂੰ ਔਂਕੜ, ਜਾਂ ਊੜਾ ਜਿਹੜਾ ਹਾਹੇ ਨੂੰ ਔਂਕੜ, ਊੜਾ ਹੈ ਮੂੰਹ ਖੁੱਲੇ ਵਾਲਾ, ਭਾਵ ਊੜੇ ਨੂੰ ਹੋੜਾ ਲੱਗਿਆ ਹੋਇਆ ਹੈ। ਔਰ ਊੜਾ ਹੋੜੇ ਵਾਲਾ ਤੇ ਹਾਹੇ ਨੂੰ ਔਂਕੜ ਵੀ ਆ ਸਕਦੀ ਹੈ, ਔਰ ਹਾਹੇ ਦੀ ਕੱਲਾ ਹੋੜਾ ਤੇ ਹਾਹੇ ਦੀ ਔਂਕੜ ਵੀ ਆ ਸਕਦੀ ਹੈ। ਇਹ ਮੱਧਮ ਪੁਰਖ ਪਾਸਟ ਟੈਂਸ ਵਿੱਚ ਸੀ। ਕਦੀ ਭੂਤਕਾਲ ਦੇ ਵਿੱਚ ਉਹਦੇ ਕੋਲ ਇਹ ਚੀਜ਼ਾਂ ਹੁੰਦੀਆਂ ਸਨ। ਊੜਾ ਵੀ ਸੀ, ਐੜਾ ਵੀ ਸੀ, ਹੋੜਾ ਵੀ ਸੀ, ਹਾਹੇ ਦੀ ਔਂਕੜ ਵੀ ਸੀ। ਜਿਵੇਂ ਤੱਤੈ ਤਾਮਸ ਜਲਿਓ ਮੂੜੇ, ਥੱਥੈ ਥਾਨ ਪ੍ਰਿਸ਼ਟ ਹੁਆ। ਹੁਣ ਇੱਥੇ ਜਲਿਓ, ਜਲਣਾ ਕਿਰਿਆ ਹੈਗੀ ਹੈ, ਔਰ ਮੂੜੇ ਦੂਜੇ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਮੂਰਖ। ਸੈਕੰਡ ਪਰਸਨ ਨੂੰ ਕਿਹਾ ਜਾ ਰਿਹਾ ਹੈ, ਮੂਰਖ ਮੂੜੇ, ਸੁਣ ਮੇਰੀ ਗੱਲ। ਤੂੰ ਕੀ ਸੁਣ ਕਿ ਤੱਤੈ ਤਾਮਸ ਜਲਿਓ ਮੂੜੇ, ਤੂੰ ਅੰਦਰੋਂ ਕ੍ਰੋਧ ਨਾਲ ਜਲਿਆ ਪਿਆ ਹੈ, ਸੜਿਆ ਪਿਆ ਹੈ। ਜਲਿਓ ਮੈਨੇ ਜਲਿਆ, ਤੂੰ ਜਲਿਆ। ਪਾਸਟ ਟੈਂਸ ਵਿੱਚ ਆ ਜਿਹੜਾ ਤੂੰ ਸੀ ਮੱਧਮ ਪੁਰਖ, ਇਹਦੇ ਕੋਲ ਜਲਨ ਤੋਂ ਬਾਅਦ ਊੜੇ ਨੂੰ ਹੋੜਾ ਤੇ ਹਾਹੇ ਨੂੰ ਔਂਕੜ ਸੀ। ਪਾਸਟ ਦੇ ਵਿੱਚ ਜਿੰਨੇ ਪਾਸਟ ਟੈਂਸ ਦੀਆਂ ਕਿਰਿਆਵਾਂ ਆਣਗੀਆਂ ਮੱਧਮ ਪੁਰਖ ਦੀਆਂ, ਉਹਨਾਂ ਦੇ ਵਿੱਚ ਅਖੀਰ ਦੇ ਵਿੱਚ ਊੜੇ ਨੂੰ ਹੋੜਾ ਤੇ ਹਾਹੇ ਨੂੰ ਔਂਕੜ ਹੋਏਗੀ। ਜਿਹੜਾ ਊੜੇ ਦਾ ਮੂੰਹ ਖੁੱਲਾ ਹੁੰਦਾ ਵੈ, ਉਹਨੂੰ ਕਹਿੰਦੇ ਨੇ ਹੋੜਾ, ਕਿਉਂਕਿ ਹੋੜਾ ਲਾਉਣ ਦਾ ਹੋਰ ਕੋਈ ਤਰੀਕਾ ਨਹੀਂ ਹੈ, ਊੜੇ ਦਾ ਮੂੰਹ ਖੋਲਣਾ ਪਏਗਾ। ਜਲਿਓ ਭਾਵ ਤੂੰ ਜਲਿਆ, ਪਾਸਟ ਦੇ ਵਿੱਚ ਤੂੰ ਜਲਿਆ। ਇਹਦਾ ਅਰਥ ਕੀ ਹੈ। ਇਹ ਮੂਰਖ ਪੰਡਿਤ, ਤੂੰ ਅੰਦਰੋਂ ਕ੍ਰੋਧ ਨਾਲ ਸੜਿਆ ਹੋਇਆ ਹੈ।
ਤੇਰਾ ਹਿਰਦਾ ਲਾਲਚ ਨਾਲ ਗੰਦਾ ਹੋਇਆ ਪਿਆ ਹੈ। ਥੱਥੈ ਥਾਨ ਰਿਸ਼ਟ ਹੁਆ, ਜਾਂ ਪੱਬੈ ਪਵਜਲ ਡੂਬੋ ਮੂੜੇ। ਹੁਣ ਦੇਖੋ, ਮੂੜੇ ਮੈਨੇ ਤੂੰ, ਇਹ ਮੂਰਖ ਤੂੰ। ਮੂੜੇ ਇੱਥੇ ਸੰਬੋਧਨ ਆ ਗਿਆ, ਹੇ ਮੂਰਖ। ਪੱਬੈ ਪਵਜਲ ਡੂਬੋ ਮੂੜੇ। ਹੁਣ ਜੋ ਤੁਸੀਂ ਇਹ ਲਫ਼ਜ਼ ਪੜ੍ਹਦੇ ਆ, ਇਹਦੇ ਵਿੱਚ ਊੜਾ ਤੇ ਗਵਾਚ ਗਿਆ, ਪਰ ਹੋੜਾ ਉਹਦਾ ਰਹਿ ਗਿਆ। ਹੁਣ ਬੱਬੇ ਨੂੰ ਹੋੜਾ ਲੱਗ ਗਿਆ। ਡੁੱਬਣਾ ਕਿਰਿਆ ਹੈਗੀ ਹੈ, ਪਰ ਇੱਥੇ ਡੁੱਬਣਾ ਦੀ ਥਾਂ ਤੇ, ਡੁੱਬਣ ਦੀ ਥਾਂ ਤੇ ਅੱਗੇ ਹੋੜਾ ਤੇ ਅਖੀਰ ਤੇ ਹਾਹੇ ਨੂੰ ਔਂਕੜ ਲੱਗ ਗਈ। ਹੁਣ ਇਹ ਬਣ ਗਿਆ ਪੱਬੈ ਪਵਜਲ ਡੂਬੋ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਹੇ ਮੂਰਖ, ਤੂੰ ਮਾਇਆ ਦੇ ਮੋਹ ਵਿੱਚ ਇੰਨਾ ਗਲਤਾਨ ਹੈ ਕਿ ਹੁਣ ਤੈਨੂੰ ਕੁਝ ਸੁਝਦਾ ਨਹੀਂ ਹੈ। ਅਸਲ ਦੇ ਵਿੱਚ ਤੂੰ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚ ਗੋਤੇ ਖਾ ਰਿਹਾ ਹੈ। ਭਾਵ ਤੂੰ ਡੁੱਬਿਆ, ਤੂੰ ਗਿਆ, ਭਵਜਲ ਵਿੱਚ ਤੂੰ ਡੁੱਬ ਗਿਆ, ਹੁਣ ਮਾਇਆ ਵਿੱਚ ਗਲਤਾਨ ਹੋ ਰਿਹਾ ਹੈ। ਜਦੋਂ ਪਾਸਟ ਟੈਂਸ ਆਏਗਾ, ਜਦੋਂ ਮੱਧਮ ਪੁਰਖ ਦੀ ਇੱਕ ਵਚਨ ਦੀ ਕਿਰਿਆ ਆਏਗੀ, ਉਦੋਂ ਕਿਰਿਆ ਦੇ ਅਖੀਰ ਤੇ ਊੜਿਆ ਹੋੜੇ ਵਾਲਾ ਹਾਹੇ ਨੂੰ ਔਂਕੜ ਜਾਂ ਕੱਲਾ ਹੋੜਾ ਹਾਹੇ ਨੂੰ ਔਂਕੜ ਲੱਗ ਜਾਏਗੀ। ਇਹ ਸੀ ਪੁਲਿੰਗ ਵਾਸਤੇ। ਪਾਸਟ ਟੈਂਸ ਦੇ ਕੋਲ, ਮੱਧਮ ਪੁਰਖ ਦੇ ਪਾਸਟ ਟੈਂਸ ਦੇ ਕੋਲ ਕੱਲਾ ਊੜਾ ਨਹੀਂ ਸੀ, ਐੜਾ ਵੀ ਨਾਲ ਸੀ। ਊੜਾ ਵਰਤਿਆ ਜਾਂਦਾ ਸੀ ਪੁਲਿੰਗ ਵਾਸਤੇ। ਜਿਹੜੇ ਪੁਲਿੰਗ ਹੁੰਦੇ ਸੀ, ਮੈਸਕੁਲਿਨ ਵਾਸਤੇ ਊੜਾ ਵਰਤਿਆ ਜਾਂਦਾ ਸੀ, ਫੈਮਿਨਿਨ ਵਾਸਤੇ, ਇਸਤਰੀ ਲਿੰਗ ਵਾਸਤੇ ਐੜਾ ਜਾਂ ਈੜੀ ਵਰਤੀ ਜਾਂਦੀ ਸੀ। ਦੇਖ ਲਓ ਕਿੰਨਾ ਅਮੀਰ ਸੀ ਇਹ ਮੱਧਮ ਪੁਰਖ ਪਾਸਟ ਦੇ ਵਿੱਚ, ਭੂਤਕਾਲ ਦੇ ਵਿੱਚ ਇੰਨਾ ਅਮੀਰ ਸੀ ਕਿ ਇਹਦੇ ਕੋਲ ਊੜਾ ਵੀ ਸੀ, ਐੜਾ ਵੀ ਸੀ ਔਰ ਈੜੀ ਵੀ ਸੀ। ਊੜਾ ਪੁਲਿੰਗ ਵਾਸਤੇ ਵਰਤਦਾ ਹੁੰਦਾ ਸੀ, ਐੜਾ ਤੇ ਈੜੀ ਇਸਤਰੀ ਲਿੰਗ ਵਾਸਤੇ। ਜਿਵੇਂ ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਨਾਰੀ। ਤੂੰ ਕਾਇਆ ਰਹੀਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਹਾਂਜੀ, ਹੁਣ ਆ ਗਿਆ ਹੰਸ ਚੱਲਿਆ। ਪਹਿਲਾਂ ਅਸੀਂ ਦੂਜੀ ਤੁਕ ਸਮਝ ਲਈਏ। ਪਹਿਲਾਂ ਤੂੰ ਕਾਇਆ ਰਹੀਐ ਸੁਪਨੰਤਰ, ਹੰਸ ਚੱਲਿਆ ਤੂੰ ਪਿੱਛੇ ਰਹੀਐ। ਵੈਸੇ ਇਹ ਇਕੱਠੀ ਹੈਗੀ ਹੈ ਸਾਰੀ ਤੁਕ, ਅਗਲਾ ਬੰਦ ਸ਼ੁਰੂ ਹੋ ਜਾਂਦਾ ਵੈ। ਹੰਸ ਚੱਲਿਆ ਤੂੰ ਪਿੱਛੇ ਰਹੀਐ, ਇਹ ਮੇਰੀ ਕਾਇਆ। ਜਦੋਂ ਜੀਵ ਆਤਮਾ ਤੁਰ ਜਾਏਗਾ, ਤੂੰ ਪਿੱਛੇ ਰਹਿ ਜਾਏਗੀ, ਭਾਵ ਤੂੰ ਪਿੱਛੇ ਰਹਿ ਗਈ। ਛੁੱਟੜ ਹੋਈਆਂ ਨਾਰੀ, ਤੂੰ ਛੁੱਟੜ ਹੋ ਜਾਏਗੀ, ਭਾਵ ਤੂੰ ਛੁੱਟੜ ਹੋ ਗਈ। ਤੂੰ ਕਾਇਆ ਰਹੀ ਹੈ ਸੁਪਨੰਤਰ, ਇਹ ਮੇਰੀ ਕਾਇਆ ਤੂੰ ਮਾਨੋ ਨੀਂਦ ਵਿੱਚ ਹੀ ਸੁੱਤੀ ਰਹੀ। ਤੂੰ ਕਾਇਆ ਰਹੀ ਹੈ ਸੁਪਨੰਤਰ, ਭਾਵ ਨੀਂਦ ਵਿੱਚ ਹੀ ਤੂੰ ਸੁੱਤੀ ਰਹੀ। ਤੂੰ ਹੋ ਗਿਆ ਮੱਧਮ ਪੁਰਖ। ਕਾਇਆ ਮੈਨੇ ਸਰੀਰ, ਹੈ ਮੇਰੀ ਕਾਇਆ ਤੂੰ ਮੱਧਮ ਪੁਰਖ। ਰਹੀ ਹੈ ਸੁਪਨੰਤਰ, ਰਹੀ ਸੁਪਨੇ ਚ ਹੀ ਰਹੀ। ਪਾਸਟ ਦੇ ਵਿੱਚ ਤੂੰ ਸੁਪਨੇ ਵਿੱਚ ਹੀ ਰਹੀ। ਹੁਣ ਰਹਿਣਾ ਕਿਰਿਆ ਹੈਗੀ ਹੈ। ਰਹਿਣਾ ਕਿਰਿਆ ਦੇ ਨਾਲ ਅੱਗੇ ਐੜਾ ਤੇ ਹਾਹੇ ਨੂੰ ਸਿਆਰੀ ਲੱਗ ਗਈ, ਰਹੀ ਹੈ। ਭਾਵ ਪੁਲਿੰਗ ਸ਼ਬਦਾਂ ਵਿੱਚ ਹਾਹੇ ਨੂੰ ਔਂਕੜ ਹੁੰਦੀ ਹੈ, ਇਸਤਰੀ ਲਿੰਗ ਸ਼ਬਦਾਂ ਵਿੱਚ ਹਾਹੇ ਨੂੰ ਸਿਆਰੀ ਬਣ ਜਾਂਦੀ ਹੈ। ਬਸ ਆ ਥੋੜਾ ਜਿਹਾ ਫਰਕ ਹੈ। ਪੁਲਿੰਗ ਸ਼ਬਦਾਂ ਵਿੱਚ ਊੜਾ ਇਸਤੇਮਾਲ ਹੁੰਦਾ ਹੈ, ਇਸਤਰੀ ਲਿੰਗ ਸ਼ਬਦਾਂ ਵਿੱਚ ਐੜਾ ਤੇ ਈੜੀ ਵਰਤੋਂ ਵਿੱਚ ਆਉਂਦੀ ਹੈ। ਭਾਵ ਤੂੰ ਕਾਇਆ ਰਹੀ ਹੈ ਸੁਪਨੰਤਰ, ਤੇ ਕਾਇਆ ਤੂੰ ਸੁਪਨੇ ਵਿੱਚ ਹੀ ਰਹੀ। ਇੱਥੋਂ ਤੱਕ ਤੁਧ ਕਿਆ ਕਰਮ ਕਮਾਇਆ, ਇਸ ਕਰਕੇ ਇਹ ਜੀਵ ਤੂੰ ਕੀ ਕਰਮ ਕਮਾਉਂਦਾ ਰਿਹਾ, ਕੀ ਕਰਤੂਤਾਂ ਕਰਦਾ ਰਿਹਾ। ਹੁਣ ਇਹਨਾਂ ਤੁਕਾਂ ਚ ਦੇਖੋ, ਰਹੀਏ, ਹੋਈਐ, ਰਹੀਐ, ਤੇ ਇਹਦਾ ਧਿਆਨ ਇਹ ਰੱਖਣਾ, ਜਦੋਂ ਮੱਧਮ ਪੁਰਖ ਦੀ ਅਸੀਂ ਗੱਲ ਕਰਨੀ ਹੈ, ਉਦੋਂ ਉੱਪਰ ਡੂਬੋ ਜਿਹੜਾ ਉਹ ਬਿਨਾਂ ਨਾਸਕੀ ਉਚਾਰਨ ਹੋਏਗਾ, ਪਾਬੰਦੀ ਨਹੀਂ ਲੱਗੇਗੀ। ਜਲਿਓ, ਡੂਬੋ, ਤੂੰ ਜਲਿਆ, ਤੂੰ ਡੁੱਬਿਆ। ਇਦਾਂ ਹੀ ਰਹੀਐ, ਹੋਈਐ, ਰਹੀਐ, ਹੋਈਐ, ਇਹਦਾ ਹਲਕਾ ਜਿਹਾ ਨਾਸਕੀ ਉਚਾਰਨ ਆ ਜਾਂਦਾ ਹੈਗਾ ਜੀ। ਇਹ ਤੇ ਸੀ ਮੱਧਮ ਪੁਰਖ ਦੀ ਭੂਤਕਾਲ ਦੀ ਕਿਰਿਆ। ਮੱਧਮ ਪੁਰਖ ਕਹਿਣ ਲੱਗਾ ਵੀ ਭੂਤਕਾਲ ਵਿੱਚ, ਪਾਸਟ ਟੈਂਸ ਵਿੱਚ ਮੈਂ ਅਮੀਰ ਸੀ, ਮੇਰੇ ਕੋਲ ਊੜਾ ਵੀ ਸੀ, ਮੇਰੇ ਕੋਲ ਐੜਾ ਵੀ ਸੀ, ਮੇਰੇ ਕੋਲ ਈੜੀ ਵੀ ਸੀ। ਊੜਾ ਪੁਲਿੰਗ ਵਰਤਦੇ ਹੁੰਦੇ ਸੀ। ਮੇਰੇ ਘਰ ਵਿੱਚ ਇਸਤਰੀਆਂ ਜਿਹੜੀਆਂ ਉਹ ਐੜਾ ਤੇ ਈੜੀ ਵਰਤਦੀਆਂ ਹੁੰਦੀਆਂ ਸੀ। ਮੇਰੇ ਘਰ ਵਿੱਚ ਪੁਲਿੰਗ ਹਾਹੇ ਨੂੰ ਔਂਕੜ ਵਰਤਦੇ ਹੁੰਦੇ ਸੀ। ਮੇਰੇ ਘਰ ਵਿੱਚ ਇਸਤਰੀਆਂ ਜਿਹੜੀਆਂ ਹਾਹੇ ਨੂੰ ਸਿਆਰੀ ਵਰਤਦੀਆਂ ਹੁੰਦੀਆਂ ਸੀ। ਭਾਵ ਅਮੀਰ ਸੀ ਇਹ ਪਾਸਟ ਦੇ ਵਿੱਚ। ਹੁਣ ਇਹਦੀ ਵਾਰੀ ਆ ਗਈ ਮੱਧਮ ਪੁਰਖ ਦੀ ਪ੍ਰੈਜ਼ੈਂਟ ਦੇ ਵਿੱਚ, ਵਰਤਮਾਨ ਕਾਲ ਦੇ ਵਿੱਚ। ਵਰਤਮਾਨ ਕਾਲ ਵਿੱਚ ਕੀ ਹੋਇਆ, ਦੇਖੋ ਤੁਹਾਡੇ ਸਾਹਮਣੇ ਇਹ ਸਲਾਈਡ ਹੈਗੀ ਹੈ। ਵਰਤਮਾਨ ਕਾਲ ਵਿੱਚ ਇਹਦਾ ਊੜਾ ਵੀ ਗਵਾਚ ਗਿਆ, ਐੜਾ ਵੀ ਗਵਾਚ ਗਿਆ, ਈੜੀ ਵੀ ਗਵਾਚ ਗਈ, ਹਾਹੇ ਦੀ ਸਿਆਰੀ ਵੀ ਗਵਾਚ ਗਈ।
ਹੁਣ ਕੱਲੀ ਹਾਹੇ ਨੂੰ ਔਂਕੜ ਰਹਿ ਗਈ। ਵਰਤਮਾਨ ਕਾਲ ਪ੍ਰੈਜ਼ੈਂਟ ਟੈਂਸ, ਮੱਧਮ ਪੁਰਖ ਸੈਕੰਡ ਪਰਸਨ, ਵਰਬ ਦੇ ਲਾਸਟ ਦੇ ਵਿੱਚ ਹਾਹੇ ਦੀ ਔਂਕੜ ਹੈਗੀ ਬਹੁਵਚਨ ਲਈ। ਜਿਵੇਂ ਨਿਮਖ, ਥੱਲੇ ਵਾਲੀ ਪੰਕਤੀ ਪਹਿਲਾਂ ਦੇਖ ਲੈਂਦੇ ਆਪਾਂ। ਅੰਤਰ ਮੈਲ ਲੋਭ ਬਹੁ ਝੂਠੇ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਤਾਹੀ ਜੀਓ। ਜੇ ਅੰਦਰ ਮਨ ਵਿੱਚ ਲੋਭ ਦੀ ਮਹਿਲ ਹੈ ਤੇ ਲੋਭ ਦੇ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ ਨਾਵੋ ਕਾਹੀ ਜੀਓ, ਬਾਹਰ ਇਸ਼ਨਾਨ ਕਿਉਂ ਕਰਦੇ ਹੋ, ਬਾਹਰ ਕਿਉਂ ਨਹਾਉਂਦੇ ਹੋ, ਤੁਸੀਂ ਕਿਉਂ ਨਹਾਉਂਦੇ ਹੋ। ਹੁਣ ਇੱਥੇ ਮੱਧਮ ਪੁਰਖ ਬਹੁਵਚਨ ਆ ਗਿਆ ਤੁਸੀਂ। ਹੁਣ ਇਸ ਟਾਈਮ ਵਰਤਮਾਨ ਕਾਲ ਵਿੱਚ ਨਹਾਉਂਦੇ ਹੋ, ਨਹਾਵੋ, ਨਹਾਉਣਾ ਕਿਰਿਆ ਹੈਗੀ ਹੈ। ਅਖੀਰ ਤੇ ਸਿਰਫ ਹਾਹੇ ਨੂੰ ਔਂਕੜ ਲੱਗੀ। ਵਰਤਮਾਨ ਕਾਲ ਵਿੱਚ ਸਿਰਫ ਹਾਹੇ ਦੀ ਔਂਕੜ ਰਹਿ ਗਈ। ਭੂਤਕਾਲ ਦੇ ਵਿੱਚ ਊੜਾ ਵੀ ਸੀ, ਐੜਾ ਵੀ ਸੀ, ਈੜੀ ਵੀ ਸੀ, ਪਰ ਉਹ ਪਾਸਟ ਦੇ ਵਿੱਚ ਇਹਦੇ ਕੋਲ ਚੀਜ਼ਾਂ ਸੀਗੀਆਂ ਜਿਹੜੀਆਂ ਗਵਾਚ ਗਈਆਂ। ਹੁਣ ਅੱਜ ਇਹਦੇ ਕੋਲ ਇਹ ਚੀਜ਼ਾਂ ਨਹੀਂ ਹਨ। ਅੱਜ ਊੜਾ ਐੜਾ ਈੜੀ ਨਹੀਂ ਹੈ, ਅੱਜ ਹਾਹੇ ਨੂੰ ਸਿਆਰੀ ਵੀ ਨਹੀਂ, ਇਕੱਲੀ ਹਾਹੇ ਨੂੰ ਔਂਕੜ ਰਹਿ ਗਈ। ਤੁਸੀਂ ਨਹਾਉਂਦੇ ਹੋ, ਬਾਹਰ ਨਾਵੋ ਕਾਹੀ ਜੀਓ, ਤੁਸੀਂ ਨਹਾਉਂਦੇ ਹੋ, ਬਾਹਰ ਤੁਸੀਂ ਕਿਉਂ ਨਹਾਉਂਦੇ ਹੋ। ਠੀਕ ਹੈ ਜੀ। ਇਸ ਤਰ੍ਹਾਂ ਦੇ ਸ਼ਬਦ ਅਸੀਂ ਬਹੁਤ ਵਾਰ ਗੁਰਬਾਣੀ ਚ ਪੜ੍ਹਦੇ ਹਾਂ। ਜਦੋਂ ਖਾਸ ਕਰਕੇ ਸ਼ਾਮ ਸੁਲਸ ਦਾ ਪਾਠ ਹੁੰਦਾ ਤੇ ਇੱਕ ਸ਼ਬਦ ਪੜਿਆ ਜਾਂਦਾ ਹੈ, ਕਰੋ ਬੇਨਤੀ ਸੁਣ ਮੇਰੇ ਮੀਤਾ। ਹੁਣ ਉੱਥੇ ਪਾਠ ਸੁਣ ਨਹੀਂ ਹੈਗਾ, ਉੱਥੇ ਪਾਠ ਹੈ ਸੁਣੋ। ਹਾਹੇ ਨੂੰ ਔਂਕੜ ਦੇ ਨਾਲ ਹੈ, ਭਾਵ ਤੁਸੀਂ ਸੁਣੋ ਮੇਰੇ ਮੀਤਾ, ਭਾਵ ਵਰਤਮਾਨ ਕਾਲ ਵਿੱਚ ਤੁਸੀਂ ਸੁਣੋ। ਏਦਾਂ ਹੀ ਵਰਤਮਾਨ ਕਾਲ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਨਾਮ ਜਪੋ ਜਾਂ ਆਰਾਧੋ, ਤੁਸੀਂ ਆਰਾਧੋ, ਤੁਸੀਂ ਜਪੋ। ਵਰਤਮਾਨ ਕਾਲ ਦੇ ਵਿੱਚ ਇਹ ਕਿਰਿਆਵਾਂ ਨੇ, ਜਾਂ ਤੁਸੀਂ ਆਰਾਧਦੇ ਹੋ ਜਾਂ ਤੁਸੀਂ ਆਰਾਧੋ, ਜਾਂ ਤੁਸੀਂ ਜਪਦੇ ਹੋ ਜਾਂ ਤੁਸੀਂ ਜਪੋ। ਹੁਣ ਇਹਦੇ ਵਿੱਚ ਕੀ ਹੈਗਾ, ਜਦੋਂ ਮੱਧਮ ਪੁਰਖ ਵਰਤਮਾਨ ਕਾਲ ਵਿੱਚ ਆਇਆ ਉਦੋਂ ਕੱਲੀ ਹਾਹੇ ਦੀ ਔਂਕੜ ਰਹਿ ਗਈ। ਇਹਦਾ ਉਚਾਰਨ ਬਿਨਾਂ ਨਾਸ ਕੀ ਹੋਏਗਾ, ਬਾਹਰ ਨਾਵੋ ਕਾਹੀ ਜੀਓ। ਬਾਹਰ ਨਾਵੋ ਭਾਵ ਬਾਹਰ ਕਿਉਂ ਨਹਾਉਂਦੇ ਹੋ, ਤੁਸੀਂ ਕਿਉਂ ਨਹਾਉਂਦੇ ਹੋ। ਹੁਣ ਉੱਪਰਲੀ ਤੁਕ ਦੇਖੋ ਜੀ, ਨਿਮਖ ਨਿਮਖ ਤੁਮ ਹੀ ਪ੍ਰਤਿਪਾਲੋ, ਹਮ ਬਾਰਕ ਤੁਮਰੇ ਤਾਰੇ। ਨਿਮਖ ਨਿਮਖ ਮੰਨੇ ਇੱਕ ਇੱਕ ਖਿਨ, ਤੁਮ ਹੀ ਪ੍ਰਤਿਪਾਲੋ, ਤੁਮ ਹੀ ਤੁਸੀਂ, ਮੱਧਮ ਪੁਰਖ ਬਹੁਵਚਨੀ ਕਿਰਿਆ ਆ ਗਈ। ਪ੍ਰਤਿਪਾਲੋ, ਪ੍ਰਤਿਪਾਲਣਾ ਜਿਹੜੀ ਉਹ ਕਿਰਿਆ ਹੈ, ਵਰਬ ਹੈ, ਪਰ ਅਖੀਰ ਤੇ ਹਾਹੇ ਨੂੰ ਔਂਕੜ ਲੱਗ ਗਈ। ਮੈਨੇ ਹੁਣ ਤੁਸੀਂ ਹੀ ਪਾਲਣਾ ਕਰਦੇ ਹੋ, ਤੁਮ ਹੀ ਪ੍ਰਤਿਪਾਲੋ, ਹੀ ਇਹਦੇ ਵਿੱਚ ਅਵਿਆ ਲੱਗ ਗਿਆ। ਤੁਮ ਹੀ ਪ੍ਰਤਿਪਾਲੋ ਹਮ ਬਾਰਿਕ ਤੁਮਰੇ ਤਾਰੇ, ਅਸੀਂ ਤੁਹਾਡੇ ਬੱਚੇ, ਤੁਹਾਡੇ ਆਸਰੇ ਜਿਉਂਦੇ ਹਾਂ। ਹੁਣ ਇੱਥੇ ਆ ਕੇ ਇੱਕ ਸਵਾਲ ਪੈਦਾ ਹੋਏਗਾ ਕਿ ਰੱਬ ਨੂੰ ਕਿਹਾ ਗਿਆ, ਹੇ ਰੱਬ ਜੀ, ਹੇ ਪ੍ਰਭੂ ਜੀ, ਇੱਕ ਇੱਕ ਖਿਣ ਤੁਸੀਂ ਹੀ ਪਾਲਣਾ ਕਰਦੇ ਹੋ। ਤੇ ਜੇ ਰੱਬ ਨੂੰ ਕਿਹਾ ਗਿਆ, ਰੱਬ ਤੇ ਇੱਕ ਵਚਨ ਹੈ, ਉਹ ਤੇ ਬਹੁਵਚਨ ਨਹੀਂ ਹੈ। ਪ੍ਰਭੂ ਤੇ ਇੱਕ ਹੈ, ਉਹ ਜ਼ਿਆਦਾ ਰੱਬ ਤੇ ਨਹੀਂ ਇੱਥੇ ਗੱਲ ਹੈਗੀ। ਫਿਰ ਇੱਥੇ ਬਹੁਵਚਨ ਰੂਪ ਵਿੱਚ ਕਿਉਂ ਆ ਗਿਆ ਕਿ ਨਿਮਖ ਨਿਮਖ ਤੁਮ ਹੀ ਪ੍ਰਤਿਪਾਲੋ। ਜਦੋਂ ਕਿਰਿਆ ਦੇ ਅਖੀਰ ਤੇ ਹਾਹੇ ਨੂੰ ਔਂਕੜ ਲੱਗ ਜਾਂਦੀ ਹੈ, ਉਹ ਬਹੁਵਚਨ ਬਣ ਜਾਂਦਾ ਹੈ। ਪਰ ਇੱਥੇ ਇੱਕ ਵਚਨ ਰੱਬ ਦੀ ਗੱਲ ਹੈ, ਇੱਥੇ ਬਹੁਵਚਨ ਕਿਉਂ ਆ ਗਿਆ। ਹੁਣ ਇੱਥੇ ਮੈਂ ਵਿੱਚੋਂ ਥੋੜਾ ਜਿਹਾ ਹਾਹੇ ਦੀ ਔਂਕੜ ਦਾ ਕੱਟ ਕੇ ਇੱਕ ਛੋਟਾ ਜਿਹਾ ਚੈਪਟਰ ਹੋਰ ਦੱਸ ਦੇਣਾ, ਤਾਂ ਕਿ ਬਹੁਤ ਕੁਝ ਇਹਦੇ ਨਾਲ ਕਲੀਅਰ ਹੋ ਜਾਏਗਾ। ਗੁਰਬਾਣੀ ਦੇ ਵਿੱਚ ਇੱਕ ਆਦਰਵਾਚੀ ਸ਼ਬਦ ਵਰਤੇ ਜਾਂਦੇ ਨੇ। ਜਦੋਂ ਆਦਰਵਾਚੀ ਸ਼ਬਦ ਵਰਤੇ ਜਾਂਦੇ ਨੇ ਉਦੋਂ ਇੱਕ ਵਚਨ ਬਹੁਵਚਨ ਹੋ ਜਾਂਦਾ ਹੈ। ਜਿਵੇਂ ਕਿਸੇ ਕੋਈ ਬਹੁਤ ਮਹਾਨ ਆਦਮੀ ਹੋਵੇ, ਕੋਈ ਬਹੁਤ ਵੱਡਾ ਆਦਮੀ ਹੋਵੇ, ਉਹਨੂੰ ਅਸੀਂ ਆਦਰ ਸਤਿਕਾਰ ਦੇਣਾ ਹੋਵੇ, ਅਸੀਂ ਉਹਨੂੰ ਜੀ ਲਾ ਦਿੰਦੇ ਹਾਂ। ਔਰ ਜੀ ਲਾ ਕੇ ਅਸੀਂ ਇਹਨੂੰ ਹਰ ਗੱਲ ਉਹਦੀ ਬਹੁਵਚਨ ਦੇ ਰੂਪ ਵਿੱਚ ਕਰਦੇ ਹਾਂ। ਜਿਵੇਂ ਤੁਸੀਂ ਕਿੱਥੋਂ ਆਏ ਹੋ ਜਾਂ ਤੁਸੀਂ ਕਿੱਥੇ ਗਏ ਸੀ। ਹੁਣ ਇਹ 'ਚ ਗੱਲ ਇੱਕ ਬੰਦੇ ਦੀ ਹੈ। ਕਹਿਣਾ ਚਾਹੀਦਾ ਸੀ ਤੂੰ ਕਿੱਥੋਂ ਆਇਆ ਹੈ ਤੇ ਤੂੰ ਕਿੱਥੇ ਗਿਆ ਸੀ, ਪਰ ਤੂੰ ਦੀ ਬਜਾਏ ਤੁਸੀਂ ਲਫ਼ਜ਼ ਵਰਤ ਲਿਆ। ਆਇਆ ਹੈ, ਗਿਆ ਹੈ ਦੀ ਬਜਾਏ ਆਏ ਸੀ, ਆਏ ਹੋ, ਗਏ ਸੀ, ਸਤਿਕਾਰਤ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਵਿਆਕਰਨ ਦੇ ਮਹਾਨ ਵਿਦਵਾਨ ਹੋਏ ਹਨ, ਉਹਨਾਂ ਨੇ ਬੇਅੰਤ ਗ੍ਰੰਥ ਰਚੇ ਹਨ। ਹੁਣ ਪ੍ਰੋਫੈਸਰ ਸਾਹਿਬ ਸਿੰਘ ਤੇ ਇੱਕ ਵਚਨ ਨੇ, ਇੱਕੋ ਹੀ ਨੇ, ਉਹ ਬਹੁਤੇ ਤੇ ਹੈ ਨਹੀਂ, ਪਰ ਇੱਥੇ ਕਹਿ ਦਿੱਤਾ ਜੀ ਲਾ ਕੇ ਇੱਕ ਆਦਰਵਾਚੀ ਸ਼ਬਦ ਦੇ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਦਾ ਮਹਾਨ ਵਿਆਕਰਨ, ਮਹਾਨ ਵਿਦਵਾਨ ਹੈ ਜਾਂ ਹੋਇਆ ਹੈ ਇੱਕ ਹੈ ਉਹ, ਪਰ ਉੱਥੇ ਬਹੁਵਚਨ ਰੂਪ ਦੇ ਵਿੱਚ ਸਤਿਕਾਰ ਦੇ ਦਿੱਤਾ। ਇਹ ਆਦਰਵਾਚੀ ਸ਼ਬਦ ਵਰਤ ਰਹੇ, ਗੁਰਬਾਣੀ ਵਿਆਕਰਨ ਦੇ ਮਹਾਨ ਵਿਦਵਾਨ ਹੋਏ ਹਨ। ਕਹਿਣਾ ਚਾਹੀਦਾ ਸੀ
ਉਹਨੇ ਬੇਅੰਤ ਗ੍ਰੰਥ ਰਚੇ ਸਨ ਜਾਂ ਰਚੇ ਹਨ ਉਹਨੇ, ਪਰ ਉਹਨੇ ਨਹੀਂ, ਉਹਨਾਂ ਨੇ ਬਹੁਵਚਨ ਭਾਵ ਸਤਕਾਰ ਰੂਪ ਚ ਆ ਗਿਆ। ਉਸਨੇ ਬੇਅੰਤ ਗ੍ਰੰਥ ਰਚੇ ਹਨ ਨਹੀਂ, ਉਹਨਾਂ ਨੇ ਕਿਉਂ? ਕਿਉਂਕਿ ਪੰਜਾਬੀ ਦੀ ਇੱਕ ਖੂਬੀ ਹੈਗੀ ਹੈ, ਇੱਥੇ ਆਦਰ ਦੇਣ ਲਈ ਇੱਕ ਵਚਨ ਨੂੰ ਬਹੁਵਚਨ ਬਣਾਇਆ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਖੂਬੀ ਨਹੀਂ ਹੈ, ਇੱਥੇ ਤੂੰ ਨੂੰ ਤੁਸੀਂ ਕਹਿਣਾ ਹੋਵੇ ਤੇ ਯੂ ਹੀ ਕਹਿਣਾ ਪਏਗਾ, ਯੂਅਰ ਨਹੀਂ ਕਹਿ ਸਕਦੇ, ਯੂ ਹੀ ਕਹਿਣਾ ਪਏਗਾ। ਪਰ ਸਾਡੀ ਪੰਜਾਬੀ ਦੇ ਵਿੱਚ ਇਹ ਇੱਕ ਕਿਸਮ ਦੀ ਮਿਠਾਸ ਹੈਗੀ ਹੈ, ਇੱਕ ਸਤਿਕਾਰ ਹੈ ਕਿ ਜਿੱਥੇ ਆਦਰ ਸਤਿਕਾਰ ਦੇਣਾ ਹੈ, ਉੱਥੇ ਇੱਕ ਨੂੰ ਵੀ ਬਹੁਵਚਨ ਰੂਪ ਵਿੱਚ ਕਰਕੇ ਦੇਣਾ ਹੈ। ਤੂੰ ਦੀ ਬਜਾਏ ਤੁਸੀਂ ਕਹਿ ਦੇਣਾ ਹੈ, ਉਸ ਦੀ ਬਜਾਏ ਉਹਨਾਂ ਕਹਿ ਦੇਣਾ ਹੈ। ਗੁਰਬਾਣੀ ਚ ਇਦਾਂ ਦੇ ਪ੍ਰਮਾਣ ਬਹੁਤ ਆਉਂਦੇ ਨੇ, ਜਿਵੇਂ ਤੂੰ ਕੁਨ ਰੇ, ਮੈਂ ਜੀ, ਇਹ ਪ੍ਰਭੂ ਜੀ ਮੈਂ ਹਾਂ, ਨਾਮਾ ਹੋ ਜੀ। ਏਦਾਂ ਹੀ ਹਰ ਜੀਓ, ਸਾਚਾ ਸਾਚੀ ਨਾਈ, ਇਹ ਹਰੀ ਜੀਓ, ਸਤਿਕਾਰ ਦੇ ਦਿੱਤਾ। ਔਰ ਜੀਓ ਜਿਹੜਾ ਉਹ ਸਤਿਕਾਰਤ ਲਫ਼ਜ਼ ਹੈਗਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਇੱਕ ਵਚਨ ਨੂੰ ਬਹੁਵਚਨ ਰੂਪ ਵਿੱਚ ਵਰਤਿਆ ਗਿਆ, ਔਰ ਉੱਥੇ ਵਰਤਿਆ ਜਿੱਥੇ ਸਤਿਕਾਰ ਦੇਣਾ ਹੈ, ਗੁਰੂ ਵਾਸਤੇ, ਰੱਬ ਵਾਸਤੇ। ਇਸ ਤੋਂ ਅਗਲਾ ਜਿਹੜਾ ਭਾਗ ਤੁਸੀਂ ਦੇਖੋ, ਹਾਂਜੀ, ਗੁਰਬਾਣੀ ਵਿੱਚ ਆਦਰ ਦੇਣ ਲਈ ਜੀ, ਜੂ, ਜੀਓ ਤੋਂ ਇਲਾਵਾ ਕਈ ਵਾਰੀ ਨਾਉ, ਪੜਨਾਉ, ਵਿਸ਼ੇਸ਼ਣ, ਕਿਰਿਆ ਬਹੁਵਚਨ ਰੂਪ ਵਿੱਚ ਆਉਂਦੇ ਨੇ। ਐਸੀਆਂ ਤੁਕਾਂ ਦੇਖ ਕੇ ਬਹੁਵਚਨ ਵਾਕ ਹੋਣ ਦਾ ਭੁਲੇਖਾ ਨਹੀਂ ਲੱਗਣਾ ਚਾਹੀਦਾ, ਕਿਉਂਕਿ ਇਹ ਬਹੁਵਚਨ ਸਿਰਫ ਆਦਰਵਾਚੀ ਹੁੰਦੇ ਨੇ। ਜਿਵੇਂ ਜਬ ਸੁਪ੍ਰਸੰਨ ਭਏ ਪ੍ਰਭ ਮੇਰੇ, ਹੁਣ ਰੱਬ ਤੇ ਇੱਕੋ ਹੀ ਹੈ। ਜਦੋਂ ਮੇਰਾ ਰੱਬ ਮੇਰੇ ਤੇ ਖੁਸ਼ ਹੋਇਆ, ਇਹ ਕਹਿਣ ਦੀ ਬਜਾਏ ਜਦੋਂ ਮੇਰੇ ਰੱਬ ਜੀ ਮੇਰੇ ਤੇ ਖੁਸ਼ ਹੋਏ। ਇੱਥੇ ਜਦੋਂ ਪ੍ਰਭ ਬਹੁਵਚਨ ਰੂਪ ਚ ਆਦਰਵਾਚੀ ਆ ਗਿਆ, ਉਦੋਂ ਪ੍ਰਭ ਦੀ ਔਂਕੜ ਕੱਟੀ ਗਈ। ਹਾਲਾਂਕਿ ਪ੍ਰਭ ਦੀ ਔਂਕੜ ਚਾਹੀਦੀ ਸੀ ਜਦੋਂ ਰੱਬ ਮੇਰੇ ਤੇ ਖੁਸ਼ ਹੋਇਆ, ਰੱਬ ਤੇ ਇੱਕੋ ਹੀ ਹੈ, ਪਰ ਪ੍ਰਭ ਦੀ ਔਂਕੜ ਕੱਟੀ ਗਈ, ਬਹੁਵਚਨ ਰੂਪ ਬਣ ਗਿਆ ਸਤਕਾਰ ਦਾ, ਆਦਰਵਾਚੀ। ਇਸ ਕਰਕੇ ਮੇਰਾ ਦੀ ਬਜਾਏ ਮੇਰਾ, ਪ੍ਰਭ ਦੀ ਬਜਾਏ ਪ੍ਰਭ ਮੇਰੇ, ਮੇਰੇ ਪ੍ਰਭੂ ਜੀ। ਸੁਪ੍ਰਸੰਨ ਭਇਆ ਦੀ ਬਜਾਏ ਸੁਪ੍ਰਸੰਨ ਭਏ, ਖੁਸ਼ ਹੋ ਗਏ। ਜਦੋਂ ਮੇਰੇ ਪ੍ਰਭੂ ਜੀ ਕਿਸੇ ਮਨੁੱਖ ਉੱਪਰ ਪ੍ਰਸੰਨ ਹੁੰਦੇ ਹਨ, ਜਬ ਸੁਪ੍ਰਸੰਨ ਭਏ ਪ੍ਰਭ ਮੇਰੇ, ਗੁਰਮੁਖ ਪਰਚਾ ਲਾਏ, ਤਦੋਂ ਉਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਉਂਦਾ ਹੈ। ਹੁਣ ਇੱਥੇ ਰੱਬ ਇੱਕ ਹੈ, ਪ੍ਰਭ ਦੇ ਔਂਕੜ ਚਾਹੀਦੀ ਸੀ, ਅੱਗੋਂ ਮੇਰਾ ਚਾਹੀਦਾ ਸੀ, ਮੇਰਾ ਪ੍ਰਭ। ਸੁਪ੍ਰਸੰਨ ਭਇਆ ਚਾਹੀਦਾ ਸੀ, ਔਰ ਸੁਪ੍ਰਸੰਨ ਦੇ ਵੀ ਇੱਕ ਵਚਨ ਰੂਪ ਦੇ ਵਿੱਚ ਭਾਵ ਖੁਸ਼ ਹੋਇਆ ਚਾਹੀਦਾ ਸੀ, ਪਰ ਇੱਥੇ ਬਹੁਵਚਨ ਰੂਪ ਚ ਆ ਗਿਆ, ਸੁਪ੍ਰਸੰਨ ਭਏ ਪ੍ਰਭ ਮੇਰੇ, ਮੇਰੇ ਪ੍ਰਭੂ ਜੀ ਖੁਸ਼ ਹੁੰਦੇ ਹਨ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਹੁਣ ਤੇ ਪ੍ਰਭ ਤੇ ਇੱਕੋ ਹੀ ਹੈ, ਰੱਬ ਸਹਾਈ ਹੋਇਆ, ਪਰ ਇੱਥੇ ਰੱਬ ਸਹਾਈ ਹੋਇਆ ਨਹੀਂ ਕਹਿ ਦਿੱਤਾ, ਰੱਬ ਜੀ ਸਹਾਈ ਹੋਏ। ਜਦੋਂ ਬਹੁਵਚਨ ਰੂਪ ਚ ਵਰਤਿਆ, ਉਦੋਂ ਪ੍ਰਭ ਨਾਉ ਵੀ ਬਹੁਵਚਨ ਰੂਪ ਚ ਆ ਗਿਆ, ਭਏ ਕਿਰਿਆ ਜਿਹੜੀ ਹੈ ਉਹ ਵੀ ਬਹੁਵਚਨ ਰੂਪ ਚ ਆ ਗਈ, ਰੱਬ ਜੀ ਸਹਾਈ ਹੋ ਗਏ। ਜਦੋਂ ਗੁਰੂ ਨੂੰ ਆਦਰ ਦਿੱਤਾ, ਉਦੋਂ ਵੀ ਸਤਿਗੁਰ ਭਏ ਦਇਆਲ, ਸਤਿਗੁਰ ਦੇ ਵੀ ਰਾਰੇ ਦੀ ਔਂਕੜ ਕੱਟੀ ਗਈ, ਬਹੁਵਚਨ ਰੂਪ ਚ ਆ ਗਿਆ। ਕਿਰਿਆ ਵੀ ਜਿਹੜੀ ਬਹੁਵਚਨ ਰੂਪ ਚ ਆ ਗਈ, ਭਇਆ ਦੀ ਬਜਾਏ ਭਏ, ਸਤਿਗੁਰ ਭਏ ਦਇਆਲ, ਦਇਆਲ ਹੋ ਗਏ। ਜੇ ਸਤਿਗੁਰ ਬਹੁਵਚਨ ਰੂਪ ਹੈ, ਉਹਦਾ ਵਿਸ਼ੇਸ਼ਣ ਦਿਆਲ ਵੀ ਬਹੁਵਚਨ ਰੂਪ ਚ ਆ ਗਿਆ, ਦਿਆਲ ਦੇ ਵੇਲੇ ਨੂੰ ਔਂਕੜ ਨਹੀਂ ਲੱਗੀ। ਸਤਿਗੁਰ ਭਏ ਦਇਆਲ ਤਾਂ ਪੂਰਾ ਭਾਈ ਹੈ। ਕਹੋ ਨਾਨਕ ਗੁਰ ਭਏ ਹੈ ਦਇਆਲ, ਹੁਣ ਗੁਰੂ ਤੇ ਇੱਕੋ ਹੀ ਹੈ, ਪਰ ਇੱਥੇ ਬਹੁਤੇ ਬਣਾ ਦਿੱਤਾ। ਗੁਰੂ ਭਏ ਹੈ, ਬਹੁਤੇ ਗੁਰੂ ਹੋਏ ਹਨ, ਦਿਆਲੂ ਹੋਏ ਹਨ, ਪਰ ਬਹੁਤੇ ਗੁਰੂ ਦੀ ਗੱਲ ਨਹੀਂ। ਇੱਥੇ ਗੁਰੂ ਨੂੰ ਇੱਕ ਸਤਿਕਾਰ ਦਿੱਤਾ ਹੈ, ਗੁਰੂ ਜੀ ਤੁਸੀਂ ਦਿਆਲੂ ਹੋਏ ਹੋ। ਕਹੋ ਨਾਨਕ ਗੁਰ ਭਏ ਹੈ ਦਇਆਲ, ਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ ਹਨ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਰੱਬ ਤੇ ਇੱਕੋ ਹੈ, ਪਰ ਪ੍ਰਭ ਦੀ ਔਂਕੜ ਕੱਟੀ ਗਈ, ਆਦਰਵਾਚੀ ਸ਼ਬਦ ਦਿੱਤਾ, ਨਾਲ ਜੀ ਲਗਾ ਦਿੱਤਾ। ਆਣਾ ਸੀ ਬਸੈ, ਵਸਦਾ ਹੈ, ਰੱਬ ਵਸਦਾ ਹੈ। ਸਾਧ ਦੀ ਰਸਨਾ ਤੇ, ਗੁਰੂ ਦੀ ਰਸਨਾ ਤੇ ਰੱਬ ਵਸਦਾ ਹੈ, ਤਾਂ ਹੀ ਤੇ ਗੁਰੂ ਬਾਣੀ ਉਚਾਰਦਾ ਹੈ। ਤੇ ਜਦੋਂ ਗੁਰੂ ਬਾਣੀ ਉਚਾਰਦਾ ਹੈ, ਗੁਰੂ ਇਹ ਨਹੀਂ ਕਹਿੰਦਾ ਬਾਣੀ ਮੇਰੀ ਹੈ, ਕਿਉਂਕਿ ਪ੍ਰਭ ਮੇਰੀ ਰਸਨਾ ਤੇ ਵਸਿਆ ਸੀ, ਇਹ ਬਾਣੀ ਵੀ ਪ੍ਰਭ ਦੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮਿਲਾ ਲਓ। ਇਹਦਾ ਮਤਲਬ ਸਾਧ ਇੱਥੇ ਗੁਰੂ ਨੂੰ ਕਿਹਾ, ਕਿਉਂਕਿ ਬਾਣੀ ਗੁਰੂ ਨੇ ਉਚਾਰੀ ਹੈ। ਜਿਹੜੇ ਅੱਜ ਕੱਲ੍ਹ ਦੇ ਸਾਧ ਕਹਿੰਦੇ ਨੇ ਅਸੀਂ ਸਾਧ ਆ, ਉਹਨਾਂ ਨੇ ਨਹੀਂ ਉਚਾਰੀ ਕਦੀ ਵੀ, ਬਾਣੀ ਗੁਰੂ ਉਚਾਰਦਾ ਹੈ, ਜਿਹਨੂੰ ਅਸੀਂ ਗੁਰਬਾਣੀ ਚ ਵੀ ਪੜ੍ਹਦੇ ਹਾਂ। ਬਾਣੀ ਉਚਰੇ ਸਾਧ ਜਨ, ਅਮੇ ਚੱਲੇ ਚਰਨੇ,
ਸਾਧ ਜਨ ਬਾਣੀ ਉਚਾਰਦੇ ਨੇ, ਉਹ ਸਾਧ ਜਨ ਕਿਹੜੇ ਨੇ? ਗੁਰੂ। ਬਾਣੀ ਤੇ ਗੁਰੂ ਨੇ ਉਚਾਰਨ ਕੀਤੀ ਹੈ। ਇੱਥੇ ਗੁਰੂ ਨੂੰ ਕਿਹਾ। ਬਹੁਤ ਥਾਵਾਂ ਤੇ ਗੁਰਬਾਣੀ ਵਿੱਚ ਗੁਰੂ ਨੂੰ ਸਾਧੂ, ਸਾਧ ਲਫ਼ਜ਼ ਵਰਤਿਆ। ਜਿਵੇਂ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ, ਉੱਥੇ ਸਾਧੂ ਸਤਿਗੁਰ ਕਹਿ ਦਿੱਤਾ। ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ, ਉੱਥੇ ਵੀ ਸਤਿਗੁਰੂ ਨੂੰ ਸਾਧ ਕਹਿ ਦਿੱਤਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਪ੍ਰਭੂ ਜੀ ਗੁਰੂ ਦੀ ਰਸਨਾ ਤੇ ਵਸਦੇ ਨੇ ਤੇ ਗੁਰੂ ਬਾਣੀ ਉਚਾਰਦੇ ਨੇ। ਰੱਬ ਜੀ ਵਸੈ, ਵਸੈ ਵੀ ਬਹੁਵਚਨ ਨੂੰ ਵਰਤ ਲਿਆ ਕਿਉਂਕਿ ਪ੍ਰਭੂ ਨੂੰ ਸਤਿਕਾਰ ਦੇ ਦਿੱਤਾ। ਰੱਬ ਜੀ ਵਸਦੇ ਹਨ, ਹੈ ਇੱਕ ਵਚਨ ਹੈ, ਰੱਬ ਵਸਦਾ ਹੈ, ਪਰ ਜਿੱਥੇ ਆਦਰਵਚੀ ਆ ਗਿਆ ਉੱਥੇ ਬਹੁਵਚਨ ਆ ਗਿਆ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸੇ ਤਰ੍ਹਾਂ ਪ੍ਰਹਲਾਦ ਪਠਾਏ ਪੜਨ ਸਾਲ, ਜਾਂ ਪ੍ਰਹਲਾਦ ਬੁਲਾਏ ਦੇਖ ਤਾਏ। ਪ੍ਰਹਲਾਦ ਤੇ ਇੱਕੋ ਹੀ ਹੈ, ਦੱਦੇ ਨੂੰ ਔਂਕੜ ਚਾਹੀਦੀ ਸੀ ਪਰ ਇੱਥੇ ਦੱਦੇ ਨੂੰ ਔਂਕੜ ਨਹੀਂ ਲੱਗੀ। ਪ੍ਰਹਲਾਦ ਨੂੰ ਸਤਿਕਾਰ ਦੇ ਕੇ ਬਹੁਵਚਨ ਬਣਾ ਦਿੱਤਾ, ਉਹਦੀ ਕਿਰਿਆ ਵੀ ਅੱਗੋਂ ਬਹੁਵਚਨ ਦੇ ਨਾਲ ਆ ਗਈ। ਪ੍ਰਹਲਾਦ ਪਠਾਏ, ਪ੍ਰਹਲਾਦ ਬੁਲਾਏ। ਮਤਲਬ ਕੀ ਹੈ? ਮੱਧਮ ਪੁਰਖ ਬਹੁਵਚਨੀ ਅਸੀਂ ਕਿਰਿਆ ਕਰ ਰਹੇ ਹਾਂ, ਪਰ ਇੱਥੇ ਜੇ ਰੱਬ ਆ ਗਿਆ ਤੇ ਰੱਬ ਨੂੰ ਬਹੁਵਚਨ ਰੂਪ ਚ ਵਰਤਿਆ ਗਿਆ, ਤਾਂ ਇਸ ਕਰਕੇ ਹਾਹੇ ਨੂੰ ਔਂਕੜ ਲੱਗ ਗਈ। ਹਾਂਜੀ, ਵਾਪਸ ਉਸੇ ਸਲਾਈਡ ਤੇ ਆ ਜਾਓ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਇੱਥੇ ਇੱਕ ਸਤਿਕਾਰ ਦੇ ਦਿੱਤਾ। ਇਹ ਪ੍ਰਭੂ ਜੀ ਇੱਕ ਇੱਕ ਖਿੰਡ ਤੁਸੀਂ ਹੀ ਪਾਲਣਾ ਕਰਦੇ ਹੋ, ਕਿਉਂਕਿ ਮੱਧਮ ਪੁਰਖ ਬਹੁਵਚਨ ਦੀ ਕਿਰਿਆ ਹਾਹੇ ਦੀ ਔਂਕੜ ਨਾਲ ਆਉਂਦੀ ਹੈ। ਜਦੋਂ ਇੱਥੇ ਰੱਬ ਬਹੁਵਚਨ ਰੂਪ ਚ ਵਰਤਿਆ ਤੇ ਪ੍ਰਤਿਪਾਲੋ ਜਿਹੜਾ ਹੈ ਉਹ ਵੀ ਬਹੁਵਚਨ ਰੂਪ ਦੀ ਕਿਰਿਆ ਬਣ ਗਈ। ਤੁਸੀਂ ਪਾਲਣਾ ਕਰਦੇ ਹੋ, ਤੁਸੀਂ ਪਾਲਣਾ ਕਰਦੇ ਹੋ। ਵਰਤਮਾਨ ਕਾਲ ਦੇ ਵਿੱਚ ਇਹ ਮੱਧਮ ਪੁਰਖ ਦੀ ਕਿਰਿਆ ਹੈਗੀ ਹੈ, ਜਿਹਦੇ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਅਸੀਂ ਪੜ੍ਹਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ, ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕੁਛ ਹੋਵਾ ਸਭ ਚੱਲਣਾ। ਜੇ ਇਹ ਪ੍ਰਮਾਣ ਕੱਢਣੇ ਕੱਢ ਵੀ ਸਕਦੇ ਹੋ ਜੀ, ਤੁਸੀਂ ਡਿਸਪਲੇ ਕਰ ਸਕਦੇ ਹੋ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਤੇ ਡੰਫ ਦਾ ਮਤਲਬ ਹੁੰਦਾ ਹੈ ਦਿਖਾਵਾ। ਇਹ ਜੀਵ, ਇਹ ਪ੍ਰਾਣੀ, ਤੁਸੀਂ ਦਿਖਾਵਾ ਕਿਉਂ ਕਰਦੇ ਹੋ? ਜੋ ਕੁਛ ਹੋਵਾ ਸੋ ਸਭ ਚੱਲਣਾ, ਜੋ ਕੁਝ ਵੀ ਪੈਦਾ ਹੋਇਆ ਉਹਨੇ ਇੱਥੇ ਚਲੇ ਜਾਣਾ ਹੈ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਕਿਉਂ ਦਿਖਾਵਾ ਕਰਦੇ ਹੋ ਇਹ ਪ੍ਰਾਣੀ। ਇਸ ਤਰ੍ਹਾਂ ਹੀ ਅਸੀਂ ਹੋਰ ਵੀ ਸ਼ਬਦ ਪੜ੍ਹਦੇ ਹਾਂ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ, ਤੁਸੀਂ ਰੱਖਦੇ ਹੋ। ਤੁਮ ਸੁਖਦਾਈ ਪੁਰਖ ਵਿਧਾਤੇ, ਇੱਥੇ ਰੱਖੋ ਜਿਹੜਾ ਵੈ ਉਹ ਵੀ ਮੱਧਮ ਪੁਰਖ ਦੀ ਬਹੁਵਚਨੀ ਕਿਰਿਆ ਪਰ ਸਤਕਾਰ ਵਜੋਂ ਆ ਗਿਆ। ਤੁਮ ਸੁਖਦਾਈ ਪੁਰਖ ਵਿਧਾਤੇ, ਭਾਵ ਤੁਸੀਂ ਸੁਖ ਦੇਣ ਵਾਲੇ ਹੋ, ਸਰਵ ਵਿਆਪਕ ਹੋ। ਤੁਮ ਰੱਖੋ ਆਪਣੇ ਬਾਲਾ, ਬਾਲਾ ਮੈਨੇ ਬੱਚਿਆਂ ਨੂੰ, ਤੁਸੀਂ ਆਪਣੇ ਬੱਚਿਆਂ ਨੂੰ ਰੱਖਦੇ ਹੋ। ਚਰਨਜੀਤ ਵੀਰ ਜੀ, ਜੇ ਤੁਸੀਂ ਹੋ ਸਕੇ ਤੇ ਡਿਸਪਲੇ ਕਰ ਦਿਓ ਤੁਸੀਂ। ਹਾਂਜੀ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ, ਤੁਸੀਂ ਰੱਖਦੇ ਹੋ ਆਪਣੇ ਬਾਲਾ। ਆ ਗਿਆ ਜੀ, ਰੱਖੋ, ਤੁਸੀਂ ਰੱਖਦੇ ਹੋ। ਮੱਧਮ ਪੁਰਖ ਵਰਤਮਾਨ ਕਾਲ ਦੇ ਵਿੱਚ ਕੇਵਲ ਹਾਹੇ ਦੀ ਔਂਕੜ ਕਿਰਿਆ ਦੇ ਅਖੀਰ ਚ ਲੈ ਕੇ ਆਉਂਦਾ ਵੈ। ਉਹਦੇ ਕੋਲ ਨਾ ਊੜਾ ਰਹਿੰਦਾ ਵੈ, ਨਾ ਐੜਾ ਰਹਿੰਦਾ, ਨਾ ਈੜੀ ਰਹਿੰਦੀ ਹੈ, ਸਿਰਫ ਹਾਹੇ ਦੀ ਔਂਕੜ ਰਹਿ ਜਾਂਦੀ ਹੈ। ਤੁਮ ਰੱਖੋ, ਤੁਸੀਂ ਰੱਖਦੇ ਹੋ ਆਪਣੇ ਬਾਲਾ, ਆਪਣੇ ਬੱਚਿਆਂ ਨੂੰ। ਏਦਾਂ ਹੀ ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕਿਰਮ ਜਨਤਾ। ਹਰ ਦੇਵੋ ਦਾਨ ਦਿਆਲ ਹੋਏ, ਉੱਥੇ ਵੀ ਦੇਵੋ ਜਿਹੜਾ ਬਹੁਵਚਨ ਰੂਪ ਦੇ ਵਿੱਚ ਆ ਗਿਆ। ਇਹ ਹਰੀ ਜੀ ਤੁਸੀਂ ਦਿਆਲ ਹੋ ਕੇ ਦਾਨ ਦਿੰਦੇ ਹੋ। ਦੇਵੋ, ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ, ਇੱਥੋਂ ਤੱਕ ਕਿ ਪੱਥਰ ਵਿਚਲੇ ਕੀੜਿਆਂ ਤੇ ਦਿਆਲ ਹੋ ਕੇ ਤੁਸੀਂ ਉਹਨਾਂ ਨੂੰ ਵੀ ਦਾਨ ਦਿੰਦੇ ਹੋ। ਹੁਣ ਇੱਥੇ ਦੇਵੋ ਬਹੁਵਚਨ ਆ ਗਿਆ, ਤੁਸੀਂ ਦਿੰਦੇ ਹੋ। ਵਿੱਚ ਪਾਥਰ ਕ੍ਰਿਮ ਜਨਤਾ, ਪੱਥਰ ਵਿਚਲੇ ਕੀੜਿਆਂ ਨੂੰ ਵੀ ਤੁਸੀਂ ਦਿੰਦੇ ਹੋ। ਹੁਣ ਇਸ ਤਰ੍ਹਾਂ ਦੇ ਸ਼ਬਦ ਬਾਣੀ ਚ ਬੜੀ ਵਾਰ ਆਉਂਦੇ ਨੇ ਵੀ ਰੱਬ ਪੱਥਰ ਵਿੱਚ ਵੀ ਕੀੜਿਆਂ ਨੂੰ ਪਾਲਦਾ ਹੈ। ਸੈਲ ਪੱਥਰ ਮੈਂ ਜੰਤੂ ਪਾਏ, ਤਾ ਕਾਰਿਜਕ ਆਗੇ ਕਰਤਰਿਆ, ਜਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵ ਹੈ ਜਲ ਥਲ ਦੇਵ ਹੈ ਜੰਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ, ਪੱਥਰ ਵਿਚਲੇ ਕੀੜਿਆਂ ਨੂੰ ਵੀ ਰਿਜ਼ਕ ਦਿੰਦਾ। ਜਾਂ ਅਸੀਂ ਪੜ੍ਹਦੇ ਹਾਂ, ਪਾਖੰਡ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਵ।
ਕੋਈ ਸਾਇੰਸ ਦਾ ਸਟੂਡੈਂਟ ਅੱਜ ਸਾਨੂੰ ਸਵਾਲ ਕਰ ਦੇਵੇ ਕਿ ਐਸਾ ਪੱਥਰ ਤੇ ਕਦੀ ਕਿਸੇ ਨੇ ਨਹੀਂ ਦੇਖਿਆ ਜਿਹਦੇ ਵਿੱਚ ਕੀੜੇ ਪਲਦੇ ਹੋਣ। ਐਸਾ ਪੱਥਰ ਕਿਸੇ ਨੇ ਨਹੀਂ ਦੇਖਿਆ। ਹਾਂ, ਨਕਲੀ ਵੀਡੀਓ ਬਣਾ ਕੇ ਤੇ ਕਈਆਂ ਨੇ ਪੇਸ਼ ਕੀਤੀਆਂ ਹੋਣਗੀਆਂ, ਸੱਚਮੁੱਚ ਕੋਈ ਪਹਾੜਾਂ 'ਚ ਹੋਏਗਾ ਤੇ ਕਹਿ ਨਹੀਂ ਸਕਦੇ, ਪਰ ਸਾਡੇ ਸਾਹਮਣੇ ਕੋਈ ਉਦਾਹਰਨ ਨਹੀਂ ਹੈ। ਕੋਈ ਸਾਇੰਸ ਦਾ ਸਟੂਡੈਂਟ ਕਵੇ, ਅਸੀਂ ਕੀ ਉਹਨੂੰ ਕਵਾਂਗੇ? ਪਰ ਯਾਦ ਰੱਖਿਓ, ਸਾਡੀਆਂ ਅੱਖਾਂ ਦੇ ਸਾਹਮਣੇ ਇਹੋ ਜਿਹੀਆਂ ਸੈਂਕੜੇ ਉਦਾਹਰਨਾਂ ਨੇ ਕਿ ਪੱਥਰ ਵਿਚਲੇ ਕੀੜੇ ਨੂੰ ਵੀ ਰੱਬ ਪਾਲਦਾ ਹੈ। ਕਿਵੇਂ? ਜਿੰਨੇ ਪੰਛੀਆਂ ਦੇ ਅੰਡੇ ਨੇ, ਉਹਨਾਂ ਅੰਡਿਆਂ ਦਾ ਕੋਈ ਦਰਵਾਜ਼ਾ ਨਹੀਂ ਹੁੰਦਾ, ਕੋਈ ਬਾਰੀ ਨਹੀਂ ਹੁੰਦੀ, ਉਹਨਾਂ ਦੇ ਵਿੱਚ ਜੀਵ ਪਲਦਾ ਹੈ। ਜਿੰਨੇ ਵੀ, ਹੁਣ ਮੁਰਗੀ ਦਾ ਜਿਹੜਾ ਚੂਜ਼ਾ ਹੈ, ਉਹ 22 ਦਿਨ ਤੱਕ ਅੰਡੇ ਵਿੱਚ ਰਹਿੰਦਾ ਹੈ। ਹੁਣ ਅੰਡਾ ਉਹ ਪੱਥਰ ਹੀ ਹੈ, ਉਹਦਾ ਕੋਈ ਰਸਤਾ ਨਹੀਂ ਹੈ, ਨਾ ਦਰਵਾਜ਼ਾ, ਨਾ ਬਾਰੀ, ਨਾ ਕੁਛ। ਉਹਦੇ ਅੰਦਰ ਜੀਵ ਹੈ, ਔਰ 22 ਦਿਨ ਤੱਕ ਅੰਦਰ ਹੈ। ਪ੍ਰਭੂ ਨੇ ਉਹਦਾ ਰਿਜ਼ਕ ਅੰਡੇ ਵਿੱਚ ਹੀ ਪਾ ਦਿੱਤਾ। ਜਿੰਨੇ ਦਿਨ ਉਹਨੇ ਅੰਦਰ ਰਹਿਣਾ, ਉਹਨੇ ਦਿਨ ਦਾ ਭੋਜਨ ਹੈ। ਜਦੋਂ ਅੰਦਰ ਦਾ ਭੋਜਨ ਮੁੱਕ ਜਾਂਦਾ ਹੈ, ਬਾਹਰ ਚੋਗਾ ਚੁਗਣ ਦੇ ਯੋਗ ਹੋ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹਿ ਲਓ, ਜਦੋਂ ਜੀਵ ਬਾਹਰ ਚੋਗਾ ਚੁਗਣ ਦੇ ਯੋਗ ਹੋ ਜਾਂਦਾ ਹੈ, ਉਹਦਾ ਅੰਦਰਲਾ ਭੋਜਨ ਮੁੱਕ ਜਾਂਦਾ ਹੈ। ਇਦੋਂ ਵੱਡੀ ਕਰਾਮਾਤ ਕੀ ਹੈ ਕਿ ਜਿੰਨੇ ਦਿਨ ਉਹਨੇ ਉਸ ਅੰਡੇ ਦੇ ਵਿੱਚ ਰਹਿਣਾ ਹੈ, ਉਹਨੇ ਦਿਨ ਦਾ ਹੀ ਭੋਜਨ ਮਾਲਕ ਨੇ ਉਹਦੇ ਵਿੱਚ ਪਾਇਆ। ਨਾ ਇੱਕ ਦਿਨ ਦਾ ਘੱਟ ਦਾ, ਨਾ ਇੱਕ ਦਿਨ ਦਾ ਜ਼ਿਆਦਾ ਦਾ, ਪੂਰਾ ਪੂਰਾ ਜਿੰਨੇ ਦਿਨ ਰਹਿਣਾ ਉਹਨੇ ਹੀ ਭੋਜਨ ਹੈ। ਔਰ ਅੰਡੇ ਦਾ ਕੋਈ ਦਰਵਾਜ਼ਾ ਬਾਰੀ ਨਹੀਂ ਹੈ। ਤੇ ਸਾਡੇ ਸਾਹਮਣੇ ਦੀ ਉਦਾਹਰਨ ਹੈਗੀ ਹੈ, ਵਿੱਚ ਪੱਥਰ ਕ੍ਰਿਮਜੰਤਾ, ਪੱਥਰਾਂ ਵਿੱਚ ਕੀੜਿਆਂ ਨੂੰ ਪਾਲਦਾ ਜਿਹਦਾ ਕੋਈ ਦਰਵਾਜ਼ਾ ਬਾਰੀ ਨਹੀਂ। ਪਾਖਣ ਕੀਟ ਗੁਪਤ ਹੀ ਰਹਿਤਾ, ਤਾਚੋ ਮਾਰਗ ਨਹੀਂ, ਉਹਦਾ ਰਸਤਾ ਕੋਈ ਨਹੀਂ ਕਿ ਜੀਵ ਬਾਹਰ ਨਿਕਲ ਸਕੇ। ਉਹ ਅੰਦਰ ਕੈਦ ਹੈ, ਅੰਦਰ ਹੀ ਉਹਦਾ ਭੋਜਨ ਹੈ। ਸੈਲ ਪੱਥਰ ਮੈਂ ਜੰਤੂ ਪਾਏ ਤਾਂ ਰਿਜ਼ਕ ਆਗੇ ਕਰਦਾ ਹੈ। ਹਾਂਜੀ, ਹੋਰ ਵੀ ਤੁਸੀਂ ਪ੍ਰਮਾਣ ਦੇਖ ਸਕਦੇ ਹੋ ਜੀ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸੋ ਸਭ ਚੱਲਣਾ। ਭਾਵ, हे ਪ੍ਰਾਣੀ, ਤੁਸੀਂ ਵਿਖਾਵਾ ਕਿਉਂ ਕਰਦੇ ਹੋ? ਜੋ ਕੁਝ ਵੀ ਜਗਤ ਤੇ ਹੋਇਆ ਉਹ ਤੋਂ ਚਲੇ ਜਾਣਾ ਹੈ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸਭ ਚੱਲਣਾ, ਉਹ ਸਾਰਾ ਕੁਝ ਚਲੇ ਜਾਣਾ ਹੈ। ਮਤਲਬ ਕਹਿਣ ਤੋਂ ਭਾਵ ਇਹ ਹੈ, ਇਹਦੇ ਵਿੱਚ ਦੇਖੋ ਹੋਰ ਵੀ ਆ ਗਿਆ, ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਹਾਂਜੀ, ਹਾਂ, ਇਹ ਜਿਹੜੇ ਤਿਸੈ ਸਰੇਵੋ ਆ ਗਏ ਨਾ, ਇਹ ਅਗਲੀ ਆ ਗਈ ਜੀ ਸਾਡੀ। ਅਸੀਂ ਅਗਲੀ ਵੀ ਨਾਲੇ ਸਲਾਈਡ ਦੇਖ ਲੈਂਦੇ ਹਾਂ ਹੁਣ, ਕਿਉਂਕਿ ਸਾਡੇ ਸਾਹਮਣੇ ਤੁਕਾਂ ਆਈ ਗਈਆਂ ਨੇ ਵੀ ਜੀ। ਅਗਲੀ ਸਲਾਈਡ ਜਿਹੜੀ ਉਹ ਪਹਿਲੇ ਵਾਲੀ ਸਲਾਈਡ ਹੀ ਆਪਣੀ ਵਾਪਸ ਕਰ ਲਓ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਵਾਲੀ। ਹੁਣ ਕੀ ਹੈ, ਵਰਤਮਾਨ ਕਾਲ ਵਿੱਚ ਪ੍ਰੈਜ਼ੈਂਟ ਟੈਂਸ ਦੇ ਵਿੱਚ ਸੈਕੰਡ ਪਰਸਨ ਜਿਹੜਾ ਆ, ਉਹਦੀ ਵਰਬਸ ਦੀ ਜਿਹੜੀ ਕਿਰਿਆ ਹੈਗੀ ਆ, ਉਹਦੇ ਅਖੀਰਲੇ ਹਾਹੀ ਨੂੰ ਔਂਕੜ ਤੇ ਲੱਗੀ। ਉਹਨੂੰ ਪੁੱਛਿਆ ਵੀ ਤੇਰਾ ਫਿਊਚਰ ਪਲਾਨ ਕੀ ਹੈ? ਕਹਿਣ ਲੱਗਾ, ਫਿਊਚਰ ਪਲਾਨ ਮੇਰਾ ਇਹ ਹੈ, ਮੈਂ ਹੁਣ ਸੰਤੋਖੀ ਹੋ ਗਿਆ, ਮੈਨੂੰ ਊੜਾ ਐੜਾ ਈੜੀ ਮਿਲਣ ਜਾਂ ਨਾ ਮਿਲਣ, ਮੈਂ ਹਾਹੇ ਦੀ ਔਂਕੜ 'ਚ ਹੀ ਗੁਜ਼ਾਰਾ ਕਰ ਲਵਾਂਗਾ, ਇਹੀ ਮੇਰਾ ਫਿਊਚਰ ਹੈ। ਫਿਊਚਰ ਵਿੱਚ ਕੀ ਆ ਗਿਆ ਜੀ? ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਤਿਸੈ ਸਰੇਵੋ, ਜੇ ਤੁਸੀਂ ਸਿਮਰਨ ਕਰੋਗੇ, ਤਿਸੈ ਸਰੇਵੋ ਤਾਂ ਸੁਖ ਪਾਵੋ, ਤਾਂ ਤੁਸੀਂ ਸੁਖ ਪਾਵੋਗੇ। ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਉਹ ਪ੍ਰਭੂ ਹਰ ਥਾਂ ਤੇ ਰਵਿਆ ਹੋਇਆ ਹੈ। ਜੇ ਤੁਸੀਂ ਉਹਦਾ ਸਿਮਰਨ ਕਰੋਗੇ ਤੇ ਤੁਸੀਂ ਸੁਖ ਪਾ ਲਓਗੇ। ਮੱਧਮ ਪੁਰਖ ਦੀ ਵਰਤਮਾਨ ਕਾਲ ਤੇ ਭਵਿੱਖ ਦੀ ਕਿਰਿਆ ਇੱਕੋ ਜਿਹੀ ਹੈ, ਅਖੀਰ ਤੇ ਹਾਹੇ ਨੂੰ ਔਂਕੜ। ਬਸ ਇਹ ਧਿਆਨ ਰੱਖਣਾ। ਮੈਂ ਪਾਸਟ ਦੇ ਵਿੱਚ ਉਹਦੇ ਕੋਲ ਬਹੁਤ ਕੁਝ ਸੀ, ਊੜਾ ਐੜਾ ਈੜੀ ਸੀ, ਪਰ ਅੱਜ ਉਹਦੇ ਕੋਲ ਸਿਰਫ ਹਾਹੇ ਦੀ ਔਂਕੜ ਹੈ, ਤੇ ਆਉਣ ਵਾਲੇ ਸਮੇਂ ਵੀ ਹਾਹੇ ਦੀ ਔਂਕੜ ਹੀ ਰਹੇਗੀ। ਭਵਿੱਖ ਕਾਲ ਦੇ ਵਿੱਚ ਤੁਸੀਂ ਸਿਮਰਨ ਕਰੋਗੇ, ਤੁਸੀਂ ਪਾਵੋਗੇ। ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਅਗਲੀ ਤੁਕ ਦੇਖੋ ਜੀ, ਮਰ ਜਾਇਬੋ ਕਿਆ ਕਰੋ ਅਭਾਗੇ। ਮਰ ਜਾਇਬੋ, ਮਰ ਜਾਇਬੇ, ਹਾਂਜੀ ਇੱਥੇ ਜਾਇਬੇ ਆਣਾ ਸੀ, ਹਾਂ ਜਾਇਬੇ ਠੀਕ ਹੈ। ਮਰ ਜਾਇਬੇ ਕਿਆ ਕਰੋ ਅਭਾਗੇ। ਸ਼ਾਇਦ ਇੱਥੇ ਜਾਇਬੇ ਜੱਜੇ ਨੂੰ ਕੰਨਾ ਨਹੀਂ ਸੀ ਲੱਗਣਾ ਚਾਹੀਦਾ, ਇੱਥੇ ਜੱਜੇ ਨੂੰ ਕੰਨਾ ਲੱਗਿਆ ਹੋਇਆ। ਮਰ ਜਾਇਬੇ ਕਿਆ ਕਰੋ ਅਭਾਗੇ, ਭਾਵ हे ਅਭਾਗਣੇ ਬੰਦੇ, ਤੂੰ ਕੀ ਕਰ ਰਿਹਾ ਹੈ? ਤੂੰ ਮਰ ਜਾਏਗਾ। ਕੀ ਕਰੋਗੇ ਤੁਸੀਂ? ਕੀ ਕਰੋਗੇ? ਆਤਮਕ ਮੌਤੇ ਮਰ ਜਾਓਗੇ। ਕਿਆ ਕਰੋ ਅਭਾਗੇ, ਕੀ ਕਰੋਗੇ? ਇੱਥੇ ਫਿਰ ਕਰੋਗੇ ਜਿਹੜਾ ਹੈ ਉਹ ਫਿਊਚਰ ਟੈਂਸ ਵਾਸਤੇ, ਭਵਿੱਖ ਕਾਲ ਵਾਸਤੇ ਆ ਗਿਆ।
ਇਦਾਂ ਦੇ ਬਹੁਤ ਸਾਰੇ ਸ਼ਬਦ ਹੈਗੇ ਗੁਰਬਾਣੀ 'ਚ, ਬਹੁਤ ਸਾਰੇ ਸ਼ਬਦ ਨੇ। ਹੁਣ ਮੈਂ ਤੁਹਾਨੂੰ ਗ੍ਰਾਫ ਦਿਖਾਣਾ ਇਹਦਾ। ਗ੍ਰਾਫ ਕੀ ਹੈ? ਚਿਰੰਜੀਵੀ ਜੀ ਗ੍ਰਾਫ ਸਾਹਮਣੇ ਸਲਾਈਡ ਤੇ ਲੈ ਕੇ ਆਓ। ਹਾਂਜੀ, ਗ੍ਰਾਫ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆ ਜਾਣਗੀਆਂ, ਸਾਨੂੰ ਈਜ਼ੀਲੀ ਪਤਾ ਲੱਗ ਜਾਏਗਾ। ਇਹ ਆ ਗਿਆ ਜੀ। ਸਭ ਤੋਂ ਪਹਿਲਾਂ ਭੂਤਕਾਲ ਅਸੀਂ ਪਾਸਟ ਟੈਂਸ ਦੇਖਿਆ ਸੀਗਾ, ਸਿੰਗੂਲਰ ਪੁਲਿੰਗ ਦਾ ਵੀ ਤੇ ਇਲਿੰਗ ਦਾ ਵੀ। ਇਲਿੰਗ ਮੈਨੇ ਇਸਤਰੀ ਲਿੰਗ। ਲਓ ਜੀ, ਇਹ ਸਾਡਾ ਗ੍ਰਾਫ ਸਾਹਮਣੇ ਕੰਪਲੀਟ ਆ ਗਿਆ। ਮੱਧਮ ਪੁਰਖ ਕਿਰਿਆ ਦੇ ਅੰਤ ਵਿੱਚ ਹਾਹੇ ਨੂੰ ਔਂਕੜ ਹੂ। ਬਿਲਕੁਲ ਖੱਬੇ ਪਾਸੇ ਉੱਪਰ ਦੇਖੋ, ਮੱਧਮ ਪੁਰਖ ਕਿਰਿਆ ਦੇ ਅੰਤ ਵਿੱਚ ਹਾਹੇ ਨੂੰ ਔਂਕੜ। ਜਦੋਂ ਹਾਹੇ ਦੇ ਔਂਕੜ ਉੱਪਰ ਲਿਖਿਆ ਹੋਇਆ ਭੂਤਕਾਲ ਇੱਕ ਵਚਨ ਪੁਲਿੰਗ, ਭੂਤਕਾਲ ਇੱਕ ਵਚਨ ਇਲਿੰਗ। ਇਲਿੰਗ ਮੈਨੇ ਇਸਤਰੀ ਲਿੰਗ, ਪੁਲਿੰਗ ਮੈਨੇ ਪੁਰਖ ਲਿੰਗ, ਇਲਿੰਗ ਮੈਨੇ ਇਸਤਰੀ ਲਿੰਗ। ਜਦੋਂ ਭੂਤਕਾਲ ਵਿੱਚ ਸੀ ਮੱਧਮ ਪੁਰਖ, ਉਹਦੇ ਕੋਲ ਕੀ ਸੀ? ਕਿਰਿਆ ਦੇ ਅੰਤ ਵਿੱਚ ਊੜਾ ਹਾਹੇ ਨੂੰ ਔਂਕੜ, ਹੋੜਾ ਹਾਹੇ ਨੂੰ ਔਂਕੜ, ਈੜੀ ਹਾਹੇ ਨੂੰ ਸਿਆਰੀ, ਐੜਾ ਹਾਹੇ ਨੂੰ ਸਿਆਰੀ। ਉਹਦੇ ਕੋਲ ਊੜਾ, ਐੜਾ, ਈੜੀ ਤਿੰਨੇ ਚੀਜ਼ਾਂ ਸੀ ਭੂਤਕਾਲ ਦੇ ਵਿੱਚ, ਪਾਸਟ ਟੈਂਸ ਦੇ ਵਿੱਚ। ਜਿਵੇਂ ਤਤੈ ਤਾਮਸ ਜਲਿਓ ਮੂੜੇ, ਤੂੰ ਜਲਿਆ। ਇਹਦੇ ਪ੍ਰਮਾਣ ਬਹੁਤ ਸਾਰੇ ਨੇ ਗੁਰਬਾਣੀ ਦੇ ਵਿੱਚ। ਜਿਵੇਂ ਜੇ ਹੋਰ ਡਿਸਪਲੇ ਕਰਨੇ ਨੇ ਪ੍ਰਮਾਣ, ਹੋਰ ਵੀ ਕਰ ਸਕਦੇ ਹੋ ਜੀ। ਕੱਕੈ ਕਾਮ ਕ੍ਰੋਧ ਭਰਮਿਓ ਮੂੜੇ, ਭਾਵ ਤੂੰ ਭਰਮਿਆ। ਕੱਕੈ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਭਾਵ ਤੂੰ ਮਮਤਾ ਵਿੱਚ ਮੈਂ ਮੇਰੀ ਚ ਫਸ ਗਿਆ। ਭਰਮਿਓ ਮੈਨੇ ਤੂੰ ਕੁਰਾਹੇ ਪਿਆਰਿਆ। ਇਸੇ ਤਰ੍ਹਾਂ ਹੀ ਅਸੀਂ ਪੜ੍ਹਦੇ ਹਾਂ, ਸੱਚੈ ਆਪ ਖਵਾਇਓ ਮੂੜੇ, ਇਹ ਸਿਰ ਤੇਰਾ ਲੇਖ ਪਿਆ। ਪ੍ਰਮਾਣ ਬਹੁਤ ਸਾਰੇ ਨੇ ਗੁਰਬਾਣੀ ਚ, ਬਹੁਤ ਸਾਰੇ ਨੇ। ਹੁਣ ਦੇਖੋ ਇਹਦੇ ਵਿੱਚ ਹੀ ਕਿੰਨੇ ਪ੍ਰਮਾਣ ਆ ਗਏ ਜੀ। ਤਤੈ ਤਾਮਸ ਜਲਿਓ ਮੂੜੇ, ਜਲਿਓ ਵੀ ਆ ਗਿਆ, ਸਭ ਤੋਂ ਪਹਿਲਾਂ ਤੇ ਉੱਪਰ ਆ ਗਿਆ। ਕੱਕੈ ਕਾਮ ਕ੍ਰੋਧ ਭਰਮਿਓ, ਭਾਵ ਤੂੰ ਭਰਮਿਆ ਮੂੜੇ। ਮੱਧਮ ਪੁਰਖ ਪਾਸਟ ਟੈਂਸ ਬਣ ਗਿਆ, ਹੇ ਮੂਰਖ ਤੂੰ ਭਰਮਿਆ। ਕਾਮ ਕ੍ਰੋਧ ਭਰਮਿਓ ਮੂੜੇ, ਤੂੰ ਭਰਮਿਆ। ਇਸੇ ਵਿੱਚ ਹੀ ਥੱਲੇ ਜਾ ਕੇ ਦੇਖ ਲਓ, ਹੁਣ ਲਿਖਿਆ ਹੋਇਆ ਹੈ ਤਤੈ ਤਾਮਸ ਜਲਿਓ ਮੂੜੇ, ਤੂੰ ਜਲਿਆ। ਇੱਕ ਲਾਈਨ ਛੱਡ ਕੇ ਅਗਲੀ ਲਾਈਨ, ਤਤੈ ਤਾਮਸ ਜਲਿਓ ਮੂੜੇ, ਭਾਵ ਤੂੰ ਸੜਿਆ, ਤੂੰ ਜਲਿਆ। ਉਸ ਤੋਂ ਫਿਰ ਅੱਗੇ ਇੱਕ ਲਾਈਨ ਛੱਡ ਕੇ ਦੇਖੋ ਜੀ, ਦੋ ਲਾਈਨਾਂ ਛੱਡ ਕੇ, ਸੱਚੇ ਆਪ ਖਵਾਇਓ ਮੂੜੇ। ਦੇਖੋ ਕਿੰਨੀਆਂ ਤੁਕਾਂ ਨੇ, ਕਿੰਨੇ ਪ੍ਰਮਾਣ ਨੇ। ਭਾਵ ਸੱਚੇ ਨੇ ਤੈਨੂੰ ਆਪ ਖੁਆਰ ਕਰ ਦਿੱਤਾ, ਆਪ ਤੈਨੂੰ ਖੁਆਰ ਕਰ ਦਿੱਤਾ, ਤੂੰ ਖੁਆਰ ਹੋਇਆ, ਤੂੰ ਭਟਕਿਆ। ਉਸ ਤੋਂ ਅਗਲੀ ਲਾਈਨ ਦੇਖੋ, ਭੱਬੈ ਭਵਜਲ ਡੂਬੋ ਮੂੜੇ, ਤੂੰ ਡੁੱਬਿਆ। ਭਵਜਲ ਦੇ ਵਿੱਚ ਤੂੰ ਡੁੱਬਿਆ, ਹੇ ਮੂੜੇ। ਭੱਬੈ ਭਵਜਲ ਡੂਬੋ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਕਿੰਨੀਆਂ ਤੁਕਾਂ ਆ ਗਈਆਂ ਨੇ ਇਸ ਨਾਲ ਸੰਬੰਧਿਤ। ਖੈਰ, ਇਸਤਰੀ ਲਿੰਗ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ। ਜਿਵੇਂ ਅਸੀਂ ਗੁਰਬਾਣੀ ਚ ਹੋਰ ਵੀ ਪੜ੍ਹਦੇ ਹਾਂ, ਰੇ ਜਨ ਉਥਾਰੈ ਦੱਬਿਓ, ਤੇ ਗਈ ਹਾਏ। ਹਾਂਜੀ, ਵਾਪਸ ਆ ਜੀ ਗ੍ਰਾਫ ਤੇ, ਆਪਾਂ ਆਪਣਾ ਟਾਈਮ ਕਾਫੀ ਹੋ ਗਿਆ। ਹੁਣ ਪਾਸਟ ਟੈਂਸ ਦੇ ਵਿੱਚ ਮੱਧਮ ਪੁਰਖ ਦੇ ਕੋਲ ਊੜਾ, ਐੜਾ, ਈੜੀ ਤਿੰਨੇ ਚੀਜ਼ਾਂ ਸੀ। ਜਦੋਂ ਵੀ ਕਿਰਿਆ ਦੇ ਅਖੀਰ ਤੇ ਹਾਹੇ ਨੂੰ ਔਂਕੜ ਹੋਵੇ, ਉਸ ਤੋਂ ਪਹਿਲਾਂ ਊੜਾ, ਐੜਾ, ਈੜੀ ਕੋਈ ਵੀ ਲਫ਼ਜ਼ ਹੋਵੇ, ਸਮਝ ਲਓ ਵੀ ਮੱਧਮ ਪੁਰਖ ਦੀ ਭੂਤਕਾਲ ਦੀ ਕਿਰਿਆ ਹੈਗੀ ਹੈ। ਪੁਲਿੰਗ ਵਾਸਤੇ ਉਹ ਊੜਾ ਲਫ਼ਜ਼ ਵਰਤਦਾ ਹੈ, ਭਾਵ ਆਪਣੇ ਘਰ ਵਿੱਚ ਆਦਮੀਆਂ ਨੂੰ ਉਹਨੇ ਊੜਾ ਦੇ ਦਿੱਤਾ ਵੀ ਤੁਸੀਂ ਊੜਾ ਪਾ ਕੇ ਰੱਖਣਾ। ਮੈਂ ਇਹ ਇਹਨਾਂ ਦਾ ਗਹਿਣਾ ਹੈਗਾ ਕਿਰਿਆ ਦਾ। ਤੇ ਇਸਤਰੀਆਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਦੋ ਗਹਿਣੇ ਦੇ ਦਿੰਦੇ ਆ, ਕਦੀ ਐੜਾ ਪਾ ਲਿਆ ਕਰੋ, ਕਦੀ ਈੜੀ ਪਾ ਲਿਆ ਕਰੋ। ਜਿਵੇਂ ਤੂੰ ਕਾਇਆ ਰਹੀਐ ਸੁਪਨੰਤਰ, ਐੜਾ ਆ ਗਿਆ। ਤੂੰ ਕਾਇਆ ਰਹੀਐ ਸੁਪਨੰਤਰ, ਐੜਾ ਆ ਗਿਆ। ਇਸੇ ਤਰ੍ਹਾਂ ਹੀ ਈੜੀ ਵੀ ਆ ਜਾਂਦਾ ਹੈ। ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਨਾਰੀ, ਉੱਥੇ ਈੜੀ ਆ ਜਾਂਦਾ। ਅਸੀਂ ਪਿੱਛੇ ਕਰਕੇ ਗਏ ਹਾਂ। ਭਾਵ ਤੂੰ ਰਹੀ, ਹੇ ਮੇਰੀ ਕਾਇਆ, ਤੂੰ ਮਾਇਆ ਦੀ ਨੀਂਦ ਵਿੱਚ ਸੁੱਤੀ ਰਹੀ, ਤੇ ਜੀਵ ਤੈਨੂੰ ਸਮਝ ਨਾ ਆਈ, ਤੂੰ ਕੀ ਕੀ ਕਰਤੂਤਾਂ ਕਰਦਾ ਰਿਹਾ। ਪਾਸਟ ਟੈਂਸ ਵਿੱਚ ਮੱਧਮ ਪੁਰਖ ਦੇ ਕੋਲ ਊੜਾ, ਐੜਾ, ਈੜੀ ਤੇ ਹਾਹੇ ਦੀ ਔਂਕੜ, ਹਾਹੇ ਨੂੰ ਸਿਆਰੀ, ਸਾਰਾ ਕੁਝ ਸੀ। ਪਰ ਵਰਤਮਾਨ ਕਾਲ ਦੇ ਵਿੱਚ ਕੀ ਹੋਇਆ? ਹਾਹੇ ਦੀ ਸਿਆਰੀ ਵੀ ਇਹਦੇ ਕੋਲ ਗਵਾਚ ਗਈ, ਊੜਾ, ਐੜਾ, ਈੜੀ ਵੀ ਗਵਾਚ ਗਈ, ਕੱਲਾ ਹਾਹ ਦੀ ਔਂਕੜ ਰਹਿ ਗਈ। ਅੱਜ ਪੁੱਛੋ ਮੱਧਮ ਪੁਰਖ ਨੂੰ ਵੀ ਅੱਜ ਤੇਰਾ ਕੀ ਹਾਲ ਹੈ? ਕਹਿਣ ਲੱਗਾ ਵੀ ਮੇਰਾ ਊੜਾ, ਐੜਾ, ਈੜੀ ਜਿਹੜਾ ਪਹਿਲਾਂ ਹੁੰਦਾ ਸੀ ਨਾ, ਉਹ ਗਵਾਚ ਗਿਆ। ਅੱਜ ਪ੍ਰੈਜ਼ੈਂਟ ਦੇ ਵਿੱਚ ਮੇਰੇ ਕੋਲ ਸਿਰਫ
ਹਾਹੀ ਨੂੰ ਔਂਕੜ ਹੈਗੀ ਹੈ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਹੁਣ ਬਹੁਵਚਨ ਆ ਗਿਆ, ਪਰਿਵਾਰ ਵੱਧ ਗਿਆ ਇਹਦਾ, ਮੱਧਮ ਪੁਰਖ ਦਾ ਬਹੁਵਚਨ ਹੋ ਗਿਆ। ਜੇ ਅੰਦਰ ਮਨ ਵਿੱਚ ਲੋਭ ਦੀ ਮੈਲ ਹੈ ਤੇ ਲੋਭ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ ਤੀਰਥਾਂ ਆਦਿਕਾਂ ਦੇ ਇਸ਼ਨਾਨ ਕਿਉਂ ਕਰਦੇ ਹੋ? ਬਾਹਰ ਨਾਵੋ ਕਾਹੀ ਜੀਓ, ਕਿਉਂ ਨਹਾਉਂਦੇ ਹੋ? ਹੁਣ ਇਹਨੂੰ ਪੁੱਛੋ ਮੱਧਮ ਪੁਰਖ ਨੂੰ ਵੀ ਅੱਜ ਹੁਣ ਤੇਰੇ ਕੋਲ ਕੱਲਾ ਹਾਹੀ ਦੀ ਔਂਕੜ ਰਹਿ ਗਈ, ਫਿਊਚਰ ਦਾ ਤੇਰਾ ਕੀ ਪਲਾਨ, ਅੱਗੋਂ ਵਾਸਤੇ ਕੀ ਕਰੇਗਾ? ਕਹਿਣ ਲੱਗਾ ਵੀ ਮੈਂ ਲਾਲਚੀ ਨਹੀਂ ਹਾਂ ਵੀ ਮੈਨੂੰ ਵਾਪਸ ਊੜਾ ਐੜਾ ਈੜੀ ਮਿਲ ਜਾ, ਨਹੀਂ, ਮੈਂ ਸੰਤੋਖੀ ਹਾਂ। ਮੈਂ ਕਹਿੰਦਾ ਹਾਹੀ ਦੀ ਔਂਕੜੀ ਮਿਲੀ ਰਵੇ ਤੇ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਇਨ ਫਿਊਚਰ ਭਵਿੱਖ ਦੇ ਵਿੱਚ ਮੈਂ ਹਾਹੀ ਦੀ ਔਂਕੜ ਤੇ ਗੁਜ਼ਾਰਾ ਕਰ ਲਵਾਂਗਾ। ਦੇਖੋ ਹੁਣ ਭਵਿੱਖ ਕਾਲ ਕਿੱਦਾਂ ਆ ਗਿਆ ਜੀ। ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਬ ਰਹਿਆ। ਮੱਧਮ ਪੁਰਖ ਨੂੰ ਕਹਿ ਦਿੱਤਾ, ਹੇ ਬੰਦੇ, ਹੇ ਜੀਵੋ, ਆਤਮਕ ਆਨੰਦ ਤੁਸੀਂ ਤਦ ਹੀ ਪਾਵੋਗੇ ਤਿਸੈ ਸਰੇਵੋ, ਜੇ ਉਹਨੂੰ ਸਰੇਵੋਗੇ, ਜੇ ਪ੍ਰਭੂ ਦਾ ਸਿਮਰਨ ਕਰੋਗੇ ਤਾਂ ਸੁਖ ਪਾਵੋ, ਤਾਂ ਤੁਸੀਂ ਆਨੰਦ ਪਾਵੋਗੇ। ਸਰਬ ਨਿਰੰਤਰ ਰਬ ਰਿਹਾ, ਜੋ ਸਾਰਿਆਂ ਜੀਵਾਂ ਦੇ ਅੰਦਰ ਇੱਕ ਰਸ ਵਿਆਪ ਰਿਹਾ ਹੈ। ਇਹ ਇੱਕ ਗ੍ਰਾਫ ਛੋਟਾ ਜਿਹਾ ਮੱਧਮ ਪੁਰਖ ਦੀ ਕਿਰਿਆ ਦੀ ਹਾਹੀ ਦੀ ਔਂਕੜ ਨੂੰ ਕੰਪਲੀਟ ਪੇਸ਼ ਕਰ ਦਿੰਦਾ ਹੈ ਕਿ ਜਿੱਥੇ ਹਾਹੀ ਦੀ ਔਂਕੜ ਆ ਗਈ, ਜੇ ਉਸ ਤੋਂ ਪਹਿਲਾਂ ਊੜਾ ਐੜਾ ਈੜੀ ਹੈ ਤੇ ਉਹ ਭੂਤਕਾਲ ਹੈ, ਤੇ ਜੇ ਊੜਾ ਐੜਾ ਈੜੀ ਨਹੀਂ ਹੈ ਫਿਰ ਜਾਂ ਉਹ ਵਰਤਮਾਨ ਕਾਲ ਹੈ ਜਾਂ ਉਹ ਭਵਿੱਖ ਕਾਲ ਹੈ। ਇਹਦੇ ਨਾਲ ਹੀ ਕਿਸੇ ਨੇ ਇੱਕ ਸਵਾਲ ਕੀਤਾ ਸੀ, ਮੈਂ ਉਹ ਵੀ ਦੱਸ ਦਿਆਂ। ਸੱਚ ਸੱਚੈ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਇੰਦਾ। ਮੈਂ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਿਹੜੇ ਸੱਚੇ ਜਾਂ ਸੱਚਾ ਨਾਉ ਦੇ ਉੱਪਰ ਜਦੋਂ ਲਾਂ ਦੁਲਾ ਆ ਜਾਂਦੀ, ਉਹਦੇ ਕਾਰ ਕੀ ਅਰਥ ਨਿਕਲਦੇ ਨੇ। ਹੁਣ ਇੱਥੇ ਸੱਚਾ ਵੀ ਆ ਗਿਆ ਤੇ ਕਾ ਵੀ ਆ ਗਿਆ। ਕਿਉਂ? ਜਿੱਥੇ ਕਾ ਲੁਪਤ ਹੈ ਉੱਥੇ ਨਹੀਂ ਆਉਂਦਾ, ਦਲਾਵਾਂ ਤੇ ਆਈ ਗਈਆਂ। ਕਈਆਂ ਥਾਵਾਂ ਤੇ ਕਾ ਜਿਹੜਾ ਹੈ ਇਹ ਪ੍ਰਗਟ ਰੂਪ ਵਿੱਚ ਵੀ ਆ ਜਾਂਦਾ ਹੈ। ਜਿਵੇਂ ਸੱਚ ਸੱਚੇ ਕਾ ਆਪੇ ਦਾਤਾ, ਇਹ ਤੇ ਤੁਕ ਹੈ ਹੀ ਸੀ, ਸੱਚੇ ਕਾ ਮੈਨੇ ਸੱਚੇ ਦਾ। ਹੁਣ ਮੈਂ ਇੱਕ ਪੰਕਤੀ ਡਿਸਪਲੇ ਕਰਨ ਨੂੰ ਕਵਾਂਗਾ ਵੀਰ ਚੰਦ ਜੀ ਨੂੰ, ਭਗਤਹੀਣ ਨਾਨਕ ਜੇ ਹੋਏਗਾ, ਇਹ ਡਿਸਪਲੇ ਕਰੋ ਜੀ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਉੱਥੇ ਵੀ ਖਸਮੈ ਮਮੇ ਨੂੰ ਦਲਾਵਾਂ ਨੇ, ਅੱਗੇ ਲੁਪਤ ਸੰਬੰਧਕ ਇਹੀ ਆ ਗਿਆ ਕਾ ਵਾਲਾ, ਖਸਮੈ ਕਾ, ਆਵ ਖਸਮ ਦਾ, ਰੱਬ ਦਾ। ਜਿੱਥੇ ਦਾ, ਦੇ, ਦੀ, ਕਾ, ਕੇ, ਕੀ ਸੰਬੰਧਕ ਆ ਜਾਂਦਾ ਹੈ, ਉੱਥੇ ਨਾਉ ਦੇ ਉੱਪਰ ਦਲਾਵਾਂ ਲੱਗ ਜਾਂਦੀਆਂ ਨੇ। ਕਈ ਥਾਵਾਂ ਤੇ ਉਹ ਸੰਬੰਧਕ ਪ੍ਰਗਟ ਰੂਪ ਵਿੱਚ ਆ ਜਾਂਦਾ ਹੈ, ਕਈ ਥਾਵਾਂ ਤੇ ਉਹ ਲੁਪਤ ਰੂਪ ਵਿੱਚ ਆ ਜਾਂਦਾ ਹੈ। ਭਗਤਹੀਣ ਨਾਨਕ ਜੇ ਹੋਏਗਾ। ਚਰਨਜੀਤ ਵੀਰ ਜੀ ਇਹਨੂੰ ਡਿਸਪਲੇ ਕਰੋ ਤਾਂ। ਹਾਂਜੀ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ, ਮਮੇ ਨੂੰ ਦਲਾਵਾਂ ਨਾਲ ਆ ਜਾਏਗਾ, ਤਾਂ ਖਸਮੈ ਨਾਉ ਨਾ ਜਾਈ। ਪਹਿਲਾਂ ਸੀ ਸੱਚ ਸੱਚੇ ਕਾ ਆਪੇ ਦਾਤਾ। ਸੱਚੇ ਥਿਰ ਪ੍ਰਭੂ ਦਾ, ਸੱਚਾ ਥਿਰ ਪ੍ਰਭੂ ਆਪਣੇ ਸੱਚੇ ਸਥਿਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਦਾਤਾ ਹੈ, ਜਿਸ ਦੇਵੈ ਸੋ ਸੱਚ ਪਾਇੰਦਾ। ਜਿਹਨੂੰ ਦਿੰਦਾ ਹੈ ਉਹ ਹਾਸਲ ਕਰਦਾ ਹੈ। ਉੱਥੇ ਕਾ ਜਿਹੜਾ ਪ੍ਰਗਟ ਰੂਪ ਵਿੱਚ ਆ ਗਿਆ। ਭਗਤਹੀਣ ਨਾਨਕ ਜੇ ਹੋਏਗਾ, ਇੱਥੇ ਲੁਪਤ ਰੂਪ ਵਿੱਚ ਆ ਗਿਆ। ਭਗਤਹੀਣ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ, ਭਾਵ ਖਸਮ ਕਾ ਨਾਉ ਨਾ ਜਾਈ। ਮੈਨੂੰ ਤਰਵਾਸ ਹੈ, ਤੇਰਾ ਦਾਸ ਨਾਨਕ ਭਗਤੀ ਤੋਂ ਸਖਣਾ ਹੈ, ਤਾਂ ਵੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈ। ਤੇ ਖਸਮ ਦੀ ਇਹ ਸ਼ੋਭਾ ਦੂਰ ਨਹੀਂ ਹੋ ਗਈ, ਖਸਮ ਦਾ ਨਾਉ ਦੂਰ ਨਹੀਂ ਹੋ ਗਿਆ, ਮਾਲਕ ਦੀ ਵਡਿਆਈ ਖਤਮ ਨਹੀਂ ਹੋ ਗਈ। ਤਾਂ ਖਸਮੈ, ਖਸਮ ਦਾ ਨਾਉ ਨਾ ਜਾਈ, ਉਹਦੀ ਵਡਿਆਈ ਦੂਰ ਨਹੀਂ ਹੋ ਗਈ। ਇੱਥੇ ਖਸਮੈ ਕਾ ਸੰਬੰਧਕ ਹੋਣ ਕਰਕੇ ਮਮੇ ਨੂੰ ਦਲਾਵਾਂ ਆ ਗਈਆਂ। ਹੋਰ ਦੇਖ ਲਓ ਜੀ, ਉਹ ਰਸ ਮੈਂ ਸ਼ਾਂਤ ਹੋਏ ਤ੍ਰਿਪਤ ਹੋਏ। ਅਗਲੀ ਤੋਂ ਕੱਢ ਲਓ ਜੀ, ਊੜੇ ਨਾਲ ਆ ਜਾਊਗੀ, ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ। ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ, ਬਿਖੈ ਜਲਨ ਬੁਝਾਵੋ। ਬਿਖੈ, ਖੱਖੇ ਨੂੰ ਦਲਾਵਾਂ ਆ ਗਈਆਂ ਇੱਥੇ। ਹੁਣ ਖੱਖੇ ਨੂੰ ਦਲਾਵਾਂ ਆ ਗਈਆਂ, ਬਿਖੈ, ਦਲਾਵਾਂ ਦਾ ਮਤਲਬ ਅੱਗੇ ਸੰਬੰਧਕ ਲੱਗ ਜਾਏਗਾ। ਬਿਖੇ ਦੀਆਂ,
ਵਿਸ਼ਿਆਂ ਵਿਕਾਰਾਂ ਦੀ ਜਲਨ, ਵਿਖਿਆ ਦੀ ਜਲਨ ਬੁਝਾਵੋ। ਭਾਵ ਵਿਸ਼ੇ ਵਿਕਾਰਾਂ ਦੀ ਜਲਨ ਬੁਝਾ ਦਿਆਂ। ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ, ਉਸ ਸਵਾਦ ਵਿੱਚ, ਨਾਮ ਅੰਮ੍ਰਿਤ ਦੇ ਉਸ ਸਵਾਦ, ਉਸ ਰਸ ਦੇ ਵਿੱਚ ਮੇਰੇ ਅੰਦਰ ਸ਼ਾਂਤੀ ਤੇ ਤ੍ਰਿਸ਼ਨਾ ਤੋਂ ਰਜੇਵਾਂ ਪੈਦਾ ਹੋਵੇ। ਵਿਖਿਆ ਜਲਨ ਬੁਝਾਵੋ, ਵਿਸ਼ਿਆਂ ਦੀ ਅੱਗ ਬੁਝਾਉਂਦਾ ਰਵਾਂ। ਦੀ ਸੰਬੰਧ ਕਿੱਥੇ ਲੁਪਤ ਆ ਗਿਆ, ਇਸ ਕਰਕੇ ਖੱਖੇ ਨੂੰ ਦੁਲਾਵਾਂ ਲੱਗ ਗਈਆਂ। ਇੱਕ ਹੋਰ ਤੁਕ ਦੇਖ ਲਓ ਜੀ, ਕੀਮਤ ਕਹੀ ਨਾ ਜਾਈਐ ਠਾਕੁਰ, ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ। ਉੱਥੇ ਪ੍ਰਤਾਪੈ ਪੱਪੇ ਨੂੰ ਦੁਲਾਵਾਂ ਨਾਲ ਆ ਗਿਆ। ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ। ਹਾਂਜੀ, ਇੱਥੇ ਠਾਕੁਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਅੱਗੇ ਆ ਗਿਆ ਠਾਕੁਰ ਦਾ। ਹੁਣ ਪ੍ਰਤਾਪੈ ਪੱਪੇ ਨੂੰ ਦੁਲਾਵਾਂ ਆ ਗਈਆਂ, ਭਾਵ ਪ੍ਰਤਾਪ ਦੀ, ਠਾਕੁਰ ਦੇ ਪ੍ਰਤਾਪ ਦੀ। ਠਾਕੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ, ਅੱਗੇ ਲੁਪਤ ਸੰਬੰਧਕ ਆ ਗਿਆ ਠਾਕੁਰ ਦੇ ਪ੍ਰਤਾਪ ਦੀ। ਹੁਣ ਪ੍ਰਤਾਪੇ ਦੇ ਉੱਪਰ ਦੁਲਾਵਾਂ ਆ ਗਈਆਂ, ਇਹਦਾ ਮਤਲਬ ਅੱਗੇ ਕੋਈ ਨਾ ਕੋਈ ਸੰਬੰਧਕ ਹੈ, ਦਾ, ਦੇ, ਦੀ। ਇੱਥੇ ਲੱਗੇਗਾ ਦੀ। ਕੀਮਤ, ਪ੍ਰਤਾਪ ਦੀ ਕੀਮਤ ਕਹੀ ਨਹੀਂ ਜਾ ਸਕਦੀ, ਠਾਕੁਰ ਦੇ ਪ੍ਰਤਾਪ ਦੀ ਕੀਮਤ ਕਹੀ ਨਹੀਂ ਜਾ ਸਕਦੀ। ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ। ਹੁਣ ਕਈ ਥਾਵਾਂ ਦੇ ਉੱਪਰ ਦੁਲਾਵਾਂ ਤੋਂ ਬਾਅਦ ਪ੍ਰਗਟ ਪ੍ਰੈਪੋਜੀਸ਼ਨ ਆ ਜਾਂਦੀ ਹੈ, ਜਿਵੇਂ ਸਾਨੂੰ ਤੁਕ ਦੱਸੀ ਸੀ ਉਹਨਾਂ ਨੇ, ਸੱਚ, ਸੱਚੇ, ਕਾ ਦਾਤਾ, ਸੱਚੇ ਦੇ ਨਾਲ ਕਾ ਪ੍ਰਗਟ ਆ ਗਿਆ। ਕਈ ਥਾਵਾਂ ਦੇ ਉੱਪਰ ਪ੍ਰਗਟ ਨਹੀਂ ਆਉਂਦਾ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ, ਖਸਮ ਦਾ ਨਾਉ ਨਹੀਂ ਜਾਂਦਾ। ਭਾਵ ਦੁਲਾਵਾਂ ਜਿਹੜੀਆਂ ਨੇ ਇਹ ਕਾਰਕੀ ਅਰਥ ਦੀਆਂ ਨੇ। ਕਈ ਥਾਵਾਂ ਤੇ ਕਾਰਕ ਪ੍ਰਗਟ ਰੂਪ ਵਿੱਚ ਆ ਜਾਂਦਾ ਹੈ, ਕਈ ਥਾਵਾਂ ਦੇ ਉੱਪਰ ਕਾਰਕ ਪ੍ਰਗਟ ਰੂਪ ਵਿੱਚ ਨਹੀਂ ਆਉਂਦਾ। ਹਾਂਜੀ, ਧੰਨਵਾਦ ਜੀ। ਅੱਜ ਅਸੀਂ ਇੰਨਾ ਹੀ ਚੈਪਟਰ ਕਰਨਾ ਸੀ।